Hello guys, welcome back to my channel. My name is Gurleen Kaur. ਸੋ ਲਾਸਟ ਵੀਡੀਓ ਜਿਹੜੀ ਅਸੀਂ ਇਕੋਨਮੀ ਦੀ ਸੀਰੀਜ਼ ਸਟਾਰਟ ਕੀਤੀ ਸੀਗੀ ਉਸ ਦੇ ਵਿੱਚ ਜੋ ਸਾਡੀ ਲਾਸਟ ਵੀਡੀਓ ਸੀ ਉਹਦੇ ਵਿੱਚ ਅਸੀਂ ਵੇਖਿਆ ਸੀਗਾ ਲਿਕੁਇਡਿਟੀ ਬਾਰੇ ਪੜ੍ਹਿਆ ਸੀ ਕਿ ਲਿਕੁਇਡਿਟੀ ਕੀ ਹੁੰਦੀ ਹੈ। ਦੈਨ ਉਸ ਤੋਂ ਬਾਅਦ ਅਸੀਂ ਵੇਖਿਆ ਸੀ ਕਿ ਐਸੈਟਸ ਐਂਡ ਲਾਇਬਿਲਿਟੀਜ਼ 'ਚ ਕੀ ਡਿਫਰੈਂਸ ਹੁੰਦਾ ਹੈ। ਦੈਨ ਅਸੀਂ ਕਰੰਟ ਐਂਡ ਸੇਵਿੰਗਸ ਅਕਾਊਂਟਸ ਬਾਰੇ ਪੜ੍ਹਿਆ ਸੀਗਾ। ਦੈਨ ਅਸੀਂ ਫਿਕਸਡ ਐਂਡ ਰੈਕਰਿੰਗ ਡਿਪੋਜ਼ਿਟ ਬਾਰੇ ਪੜ੍ਹਿਆ ਸੀ। ਅਸੀਂ ਵੇਖਿਆ ਸੀ ਕਿ ਬੈਂਕ ਜੋ ਹੈ ਉਹ ਕਿੰਨੇ ਟਾਈਪ ਦੇ ਹੁੰਦੇ ਨੇ, ਜਿਸ ਦੇ ਵਿੱਚ ਅਸੀਂ ਵੇਖਿਆ ਸੀ ਕਿ ਸਾਡਾ ਜੋ 2 ਟਾਈਪ ਦੇ ਬੈਂਕ ਅਕਾਊਂਟ ਹੁੰਦੇ ਨੇ। ਇੱਕ ਹੁੰਦਾ ਹੈ ਕਿ ਡਿਮਾਂਡ ਡਿਪੋਜ਼ਿਟ ਵਾਲੇ, ਦੂਜੇ ਟਾਈਮ ਡਿਪੋਜ਼ਿਟ ਵਾਲੇ। ਜੋ ਡਿਮਾਂਡ ਡਿਪੋਜ਼ਿਟ ਸੀ ਉਸ 'ਚ ਅਸੀਂ ਸੇਵਿੰਗ ਔਰ ਕਰੰਟ ਅਕਾਊਂਟ ਬਾਰੇ ਪੜ੍ਹਿਆ ਸੀ। ਦੈਨ ਜੋ ਟਾਈਮ ਡਿਪੋਜ਼ਿਟ ਸੀਗਾ ਉਹਦੇ ਵਿੱਚ ਅਸੀਂ ਰੈਕਰਿੰਗ ਡਿਪੋਜ਼ਿਟ ਐਂਡ ਫਿਕਸਡ ਡਿਪੋਜ਼ਿਟ ਬਾਰੇ ਪੜ੍ਹਿਆ ਸੀਗਾ। ਦੈਨ ਅਸੀਂ ਵੇਖਿਆ ਸੀਗਾ ਕਿ ਸਟਾਕ ਵੇਰੀਏਬਲ ਐਂਡ ਫਲੋ ਵੇਰੀਏਬਲਸ ਕੀ ਹੁੰਦੇ ਨੇ। ਉਸ ਤੋਂ ਬਾਅਦ ਅਸੀਂ ਵੇਖਿਆ ਸੀ ਕਿ ਕਿਸੇ ਵੀ ਕਮਰਸ਼ੀਅਲ ਬੈਂਕ ਦੀ ਲਾਇਬਿਲਿਟੀਜ਼ ਕੀ ਹੁੰਦੀਆਂ ਨੇ, ਐਸੈਟਸ ਕੀ ਹੁੰਦੀਆਂ ਨੇ। ਇਹਨਾਂ 'ਤੇ ਅਸੀਂ ਕਾਫੀ ਥਰੋਲੀ ਸਟੱਡੀ ਕੀਤਾ ਸੀਗਾ। ਦੈਨ ਮੈਂ ਇਹ ਵੀ ਦੱਸਿਆ ਸੀ ਕਿ ਇੱਕ ਨੋਰਮਲ ਮਨੀ ਲੈਂਡਰ ਅਤੇ ਕਮਰਸ਼ੀਅਲ ਬੈਂਕਸ ਦੇ ਵਿੱਚ ਇੱਕ ਬੇਸਿਕ ਡਿਫਰੈਂਸ ਕੀ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਇਹ ਵੀ ਵੇਖਿਆ ਸੀ ਕਿ ਜਿੰਨੇ ਵੀ ਕਮਰਸ਼ੀਅਲ ਬੈਂਕ ਨੇ ਉਹਨਾਂ ਦੇ ਲਈ ਕੀ ਚੈਲੰਜਿਸ ਨੇ ਅਤੇ ਅਸੀਂ ਇਹ ਚੈਲੰਜਿਸ ਨੂੰ ਕਿੱਦਾਂ ਜੋ ਹੈ ਟੈਕਲ ਕਰ ਸਕਦੇ ਹਾਂ ਉਹ ਅਸੀਂ ਵੇਖਿਆ ਸੀ। ਉਸ ਤੋਂ ਬਾਅਦ ਅਸੀਂ ਹੋਰ ਵੀ 2-3 ਮਿਸਲੇਨੀਅਸ ਚੀਜ਼ਾਂ ਸੀਗੀਆਂ, ਉਹਨਾਂ ਬਾਰੇ ਵੀ ਡਿਸਕਸ ਕੀਤਾ ਸੀਗਾ। ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮੋਨਿਟਰੀ ਪੋਲਿਸੀ ਬਾਰੇ। ਹੁਣ ਇਹ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ। ਬਿਕੋਜ਼ ਇਹ ਨਹੀਂ ਕਿ ਜੋ ਪਿੱਛੇ ਅਸੀਂ ਪੜ੍ਹਿਆ ਸੀਗਾ ਉਹ ਇੰਪੋਰਟੈਂਟ ਨਹੀਂ ਹੈ, ਉਹ ਵੀ ਇਕੁਅਲੀ ਇੰਪੋਰਟੈਂਟ ਹੈ। ਬਟ ਹੁਣ ਜੋ ਅਸੀਂ ਪੜ੍ਹਨ ਜਾ ਰਹੇ ਹਾਂ ਇਹਦੇ ਵਿੱਚ ਤੁਹਾਡੀ ਕਨਸੈਪਚੁਅਲ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਵਿੱਚ ਸਾਰੇ ਕਨਸੈਪਟਸ ਨੇ, ਰਾਈਟ। ਅਗਰ ਤੁਹਾਨੂੰ ਕੋਈ ਵੀ ਐਗਜ਼ਾਮ ਕਰੈਕ ਕਰਨਾ ਹੁੰਦਾ ਹੈ ਜਾਂ ਕੋਈ ਵੀ ਕੁਐਸਚਨ ਟੈਕਲ ਕਰਨਾ ਹੁੰਦਾ ਹੈ ਦੈਨ ਤੁਹਾਨੂੰ ਉਸਦੇ ਕਨਸੈਪਟਸ ਕਲੀਅਰ ਹੋਣੇ ਚਾਹੀਦੇ ਹੈ, ਫਿਰ ਚਾਹੇ ਕੁਐਸਚਨ ਕਿਸੇ ਵੀ ਫਾਰਮ ਦੇ ਵਿੱਚ ਆ ਜਾਵੇ, ਠੀਕ ਹੈ। ਤਾਂ ਇਹ ਜੋ ਲੈਕਚਰ ਹੈ ਤੁਸੀਂ ਬਹੁਤ ਹੀ ਧਿਆਨ ਨਾਲ ਸੁਣਿਓ, ਬਹੁਤ ਇੰਪੋਰਟੈਂਟ ਟੌਪਿਕ ਹੈ। ਇਸ ਦੇ ਵਿੱਚ ਈਵਨ IAS ਦੇ ਵਿੱਚ ਹਰ ਸਾਲ ਇਹਦੇ 'ਚ 1 ਜਾਂ 2 ਕੁਐਸਚਨਸ ਜਿਹੜੇ ਨੇ ਉਹ ਆਉਂਦੇ ਹੀ ਆਉਂਦੇ ਨੇ, ਠੀਕ ਹੈ। ਸੋ ਮੈਂ ਪਹਿਲਾਂ ਦੱਸ ਦੇਵਾਂ ਕਿ ਇਹ ਚੈਪਟਰ ਕਾਫੀ ਲੈਂਦੀ ਵੀ ਹੋ ਸਕਦਾ ਹੈ ਬਿਕੋਜ਼ ਇਹਦੇ ਵਿੱਚ ਬਹੁਤ ਸਾਰੀ ਇੰਪੋਰਟੈਂਟ ਟਰਮਸ ਨੇ ਜੋ ਕਿ ਉਹ ਸਟੂਡੈਂਟਸ ਸਪੈਸ਼ਲੀ ਜੋ ਜਿਨ੍ਹਾਂ ਦਾ ਇਕਨੋਮਿਕ ਬੈਕਗਰਾਊਂਡ ਨਹੀਂ ਰਿਹਾ ਹੈ, ਫਸਟ ਟਾਈਮ ਕਰ ਰਹੇ ਨੇ, ਤਾਂ ਉਹਨਾਂ ਲਈ ਇਹ ਕਾਫੀ ਜ਼ਿਆਦਾ ਲਾਈਕ ਨਿਊ ਟਰਮਸ ਹੋਣਗੀਆਂ। ਸੋ ਆਈਲ ਗੋ ਸਲੋ ਅਤੇ ਅਸੀਂ ਆਰਾਮ ਨਾਲ ਕਰਾਂਗੇ। ਅਗਰ ਚੈਪਟਰ ਬਹੁਤ ਜ਼ਿਆਦਾ ਲੈਂਦੀ ਹੋ ਜਾਂਦਾ ਹੈ ਤਾਂ ਮੈਂ ਇਹਦਾ ਪਾਰਟ 2 ਵੀ ਜਿਹੜਾ ਹੈਗਾ ਉਹ ਰਿਕਾਰਡ ਕਰ ਲਵਾਂਗੀ, ਠੀਕ ਹੈ। ਸੋ ਲੈਟਸ ਗੈਟ ਸਟਾਰਟਿਡ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਮੋਨਿਟਰੀ ਪੋਲਿਸੀ ਬਾਰੇ ਕਿ ਮੋਨਿਟਰੀ ਪੋਲਿਸੀ ਕੀ ਹੁੰਦੀ ਹੈ ਅਤੇ ਫਿਸਕਲ ਪੋਲਿਸੀ ਕੀ ਹੁੰਦੀ ਹੈ। ਦੇਖੋ, ਮੋਨਿਟਰੀ ਪੋਲਿਸੀ ਜੋ ਹੈ ਉਹ ਡਿਸਾਈਡ ਕੀਤੀ ਜਾਂਦੀ ਹੈ, ਮਤਲਬ ਲਾਈਕ ਪਹਿਲੀ ਗੱਲ ਤਾਂ ਜਦੋਂ ਵੀ ਅਸੀਂ ਮੋਨਿਟਰੀ ਪੋਲਿਸੀ ਬਾਰੇ ਗੱਲ ਕਰਦੇ ਹਾਂ ਸਾਡੇ ਦਿਮਾਗ ਦੇ ਵਿੱਚ RBI ਆਉਣਾ ਚਾਹੀਦਾ ਹੈ, ਠੀਕ ਹੈ। RBI ਸ਼ੁੱਡ ਕਮ ਟੂ ਅਵਰ ਮਾਈਂਡ, ਕਿਉਂਕਿ ਮੋਨਿਟਰੀ ਪੋਲਿਸੀ ਨੂੰ ਲੈ ਕੇ ਜੋ ਵੀ ਡਿਸੀਜਨ ਡਿਸਾਈਡ ਕੀਤੇ ਜਾਂਦੇ ਨੇ ਉਹ RBI ਦੇ ਜੂਰੀਡਿਕਸ਼ਨ ਦੇ ਅੰਡਰ ਆਉਂਦੇ ਨੇ, ਰਾਈਟ। ਮਤਲਬ ਵੈਸੇ ਤਾਂ ਬੇਸਿਕਲੀ ਸਟਾਰਟਿੰਗ ਦੇ ਵਿੱਚ ਇਹ ਚੀਜ਼ RBI ਡਿਸਾਈਡ ਕਰਦੀ ਸੀ ਮੋਨਿਟਰੀ ਪੋਲਿਸੀ ਨੂੰ ਲੈ ਕੇ, ਲੇਕਿਨ ਹੁਣ ਇਸ ਲਈ ਇੱਕ MSP ਮੋਨਿਟਰੀ ਪੋਲਿਸੀ ਕਮੇਟੀ ਬਣਾਈ ਗਈ ਹੈ ਜੋ ਕਿ ਸਾਰੇ ਡਿਸੀਜਨ ਲੈਂਦੀ ਹੈ। ਮੋਨਿਟਰੀ ਪੋਲਿਸੀ ਜੋ ਹੈ ਉਹ ਉਸ ਜਗ੍ਹਾ ਦਾ ਜੋ ਸੈਂਟਰਲ ਬੈਂਕ ਹੈ, ਕਿਸੇ ਵੀ ਕੰਟਰੀ ਦਾ ਜੋ ਸੈਂਟਰਲ ਬੈਂਕ ਹੈ ਉਹ ਡਿਸਾਈਡ ਕਰਦਾ ਹੈ। ਔਰ ਫਿਸਕਲ ਪੋਲਿਸੀ ਜੋ ਹੈ ਉਹ ਕਿਸੇ ਵੀ ਕੰਟਰੀ ਦੀ ਜੋ ਗਵਰਨਮੈਂਟ ਹੁੰਦੀ ਹੈ, ਸੈਂਟਰਲ ਗਵਰਨਮੈਂਟ, ਉਹ ਡਿਸਾਈਡ ਕਰਦੀ ਹੈ, ਠੀਕ ਹੈ। ਹੁਣ ਮੋਨਿਟਰੀ ਪੋਲਿਸੀ ਹੁੰਦੀ ਕੀ ਹੈ, ਠੀਕ ਹੈ। ਸਭ ਤੋਂ ਪਹਿਲਾਂ ਇਹ ਚੀਜ਼ ਤੁਹਾਡੇ ਦਿਮਾਗ 'ਚ ਆਈ ਹੋਊਗੀ। ਮੋਨਿਟਰੀ ਪੋਲਿਸੀ ਦੇਖੋ ਕੁਛ ਸੈਟ ਆਫ ਗਾਈਡਲਾਈਨਸ ਨੇ ਜੋ ਕਿ ਉਸ ਕੰਟਰੀ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੂੰ ਕੰਟਰੋਲ ਕਰਦੇ ਨੇ, ਰਾਈਟ। ਮਤਲਬ ਕੁਛ ਸੈਟ ਆਫ ਗਾਈਡਲਾਈਨਸ ਨੇ ਜੋ ਕਿ ਫੋਲੋ ਕਰਨੀ ਪੈਂਦੀਆਂ ਨੇ ਕੰਟਰੀ ਦੇ ਵਿੱਚ, ਤਾਂ ਕਿ ਕੰਟਰੀ ਦੇ ਵਿੱਚ ਜੋ ਇਨਫਲੇਸ਼ਨ ਹੈ, ਜੋ ਪ੍ਰਾਈਸ ਸਟੇਬਿਲਿਟੀ ਹੈ, ਜੋ ਇੰਟਰਸਟ ਰੇਟ ਹੈ, ਇਨ ਸਭ ਨੂੰ ਕੰਟਰੋਲ ਕੀਤਾ ਜਾਵੇ। ਹੁਣ ਜੋ ਮੋਨਿਟਰੀ ਪੋਲਿਸੀ ਹੈ ਵੈਸੇ ਤਾਂ ਜੋ ਕਾਫੀ ਸਾਰੇ ਰੋਲ ਹੈ ਮੋਨਿਟਰੀ ਪੋਲਿਸੀ ਦੇ, ਲੇਕਿਨ ਜੋ ਮੇਨ ਰੋਲ ਹੈ ਮੋਨਿਟਰੀ ਪੋਲਿਸੀ ਦਾ ਉਹ ਹੈ ਕਿ
ਇਨਫਲੇਸ਼ਨ ਨੂੰ ਕੰਟਰੋਲ ਕਰਨਾ, ਮਹਿੰਗਾਈ ਨੂੰ ਕੰਟਰੋਲ ਕਰਨਾ। ਬਟ ਸਾਈਡ ਬਾਏ ਸਾਈਡ ਇਹਦੇ 'ਚ ਇਹ ਧਿਆਨ ਵੀ ਰੱਖਿਆ ਜਾਂਦਾ ਹੈ ਕਿ ਉਸ ਕੰਟਰੀ ਦੀ ਜੋ ਗਰੋਥ ਹੈ ਉਹ ਵੀ ਹੁੰਦੀ ਰਹੇ ਅਤੇ ਜੋਬ ਕ੍ਰੀਏਸ਼ਨਸ ਲੋਕਾਂ ਲਈ ਉਹ ਵੀ ਜੋ ਹੁੰਦਾ ਰਹੇ, ਠੀਕ ਹੈ। ਅਤੇ ਹੁਣ ਅਸੀਂ ਅੱਗੇ ਡਿਸਕਸ ਕਰਦੇ ਹਾਂ। ਜਸਟ ਅ ਮੂਮੈਂਟ। ਸਭ ਤੋਂ ਪਹਿਲਾਂ ਹੁਣ ਅਸੀਂ ਇੱਥੇ ਇੱਕ ਡੈਫੀਨੇਸ਼ਨ ਵੇਖ ਲੈਂਦੇ ਹਾਂ ਮੋਨੇਟਰੀ ਪੋਲਿਸੀ ਦੀ। ਮੈਂ ਇੱਥੇ ਲਿਖੀ ਹੋਈ ਹੈ। ਸੋ ਜੋ ਮੋਨੇਟਰੀ ਪੋਲਿਸੀ ਹੈ ਉਹ ਇੱਕ ਮੈਕਰੋ ਇਕਨੋਮਿਕ ਪੋਲਿਸੀ ਹੁੰਦੀ ਹੈ। ਇਸ ਨੂੰ ਸੈਟਅਪ ਕੀਤਾ ਜਾਂਦਾ ਹੈ ਬਾਈ ਅ ਸੈਂਟਰਲ ਬੈਂਕ ਆਫ ਦ ਰਿਸਪੈਕਟਿਵ ਕੰਟਰੀ। ਉਸ ਕੰਟਰੀ ਦਾ ਜੋ ਸੈਂਟਰਲ ਬੈਂਕ ਹੈ ਉਹ ਇਸ ਚੀਜ਼ ਨੂੰ ਡਿਸਾਈਡ ਕਰਦਾ ਹੈ। ਔਰ ਸਾਡੇ ਇੰਡੀਆ ਦਾ ਤੁਹਾਨੂੰ ਪਤਾ ਹੈ ਸੈਂਟਰਲ ਬੈਂਕ ਕੌਣ ਹੈ, ਦੈਟ ਇਜ਼ RBI, ਠੀਕ ਹੈ। ਔਰ ਮੋਨੇਟਰੀ ਪੋਲਿਸੀ ਦਾ ਮੇਨ ਕੰਮ ਹੁੰਦਾ ਹੈ ਡਿਸਾਈਡ ਕਰਨਾ ਕਿ ਓਵਰਆਲ ਸਪਲਾਈ ਜੋ ਹੈ ਮਨੀ ਦੀ ਮਾਰਕੀਟ ਦੇ ਵਿੱਚ ਉਹ ਠੀਕ ਰਹੇ। ਉਸ ਤੋਂ ਇਲਾਵਾ ਇੰਟਰਸਟ ਰੇਟਸ ਵਗੈਰਾ ਠੀਕ ਰਹਿਣ, ਇਨਫਲੇਸ਼ਨ ਜੋ ਹੈ ਉਹ ਠੀਕ ਰਹੇ, ਨਾ ਇਨਫਲੇਸ਼ਨ ਹੱਦ ਤੋਂ ਜ਼ਿਆਦਾ ਹੋਵੇ ਨਾ ਹੱਦ ਤੋਂ ਘੱਟ ਹੋਵੇ, ਠੀਕ ਹੈ। ਔਰ ਕੰਜ਼ੰਪਸ਼ਨ ਜੋ ਹੈ, ਗਰੋਥ, ਲਿਕੁਇਡਿਟੀ, ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਕਿ ਮੋਨੇਟਰੀ ਪੋਲਿਸੀ ਦੇ ਵਿੱਚ ਕੰਟਰੋਲ ਕੀਤੀਆਂ ਜਾਂਦੀਆਂ ਨੇ, ਠੀਕ ਹੈ। ਸੋ ਹੁਣ ਅਸੀਂ ਅੱਗੇ ਚੱਲਦੇ ਹਾਂ। ਜਸਟ ਅ ਮੂਮੈਂਟ। ਹੁਣ ਮੋਨੇਟਰੀ ਪੋਲਿਸੀ ਜੋ ਹੈ ਲਾਈਕ ਜੋ ਸਾਡੀ ਮੈਕਰੋ ਇਕਨੋਮਿਕਸ ਹੁੰਦੀ ਹੈ ਉਹਦੇ ਵਿੱਚ ਬੇਸਿਕਲੀ 2 ਪੋਲਿਸੀਜ਼ ਹੁੰਦੀਆਂ ਨੇ, ਠੀਕ ਹੈ। ਪਹਿਲੀ ਮੋਨੇਟਰੀ ਪੋਲਿਸੀ, ਦੂਸਰੀ ਹੁੰਦੀ ਹੈ ਫਿਸਕਲ ਪੋਲਿਸੀ। ਹੁਣ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਵੀ ਤੁਸੀਂ ਮੋਨੇਟਰੀ ਪੋਲਿਸੀ ਦੀ ਗੱਲ ਕਰਦੇ ਹੋ, ਠੀਕ ਹੈ, ਮੋਨੇਟਰੀ ਪੋਲਿਸੀ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਦੈਨ ਸਾਡੇ ਦਿਮਾਗ 'ਚ ਆਉਣਾ ਚਾਹੀਦਾ ਹੈ ਸੈਂਟਰਲ ਬੈਂਕ ਆਫ ਦੈਟ ਪਰਟੀਕੂਲਰ ਕੰਟਰੀ। ਲੇਕਿਨ ਜਦੋਂ ਅਸੀਂ ਫਿਸਕਲ ਪੋਲਿਸੀ ਦੀ ਗੱਲ ਕਰਦੇ ਹਾਂ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿਸ ਦੀ, ਗਵਰਨਮੈਂਟ ਦੀ। ਹੁਣ ਦੇਖੋ ਮੰਨ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਨਾਲ ਸਮਝਾਉਂਦੀ ਹਾਂ। ਲਾਈਕ ਅਗਰ ਤੁਸੀਂ ਇੱਕ ਇੰਡਸਟਰੀ ਸੈਟਅਪ ਕਰਨੀ ਹੈ, ਠੀਕ ਹੈ, ਜਿਹਦੇ ਲਈ ਮੰਨ ਲਓ ਕਿ ਤੁਹਾਨੂੰ 10 ਲੱਖ ਰੁਪਏ ਚਾਹੀਦੇ ਨੇ, ਠੀਕ ਹੈ, ਤਾਂ ਤੁਸੀਂ ਕੀ ਕਰੋਗੇ, ਤੁਸੀਂ ਉਸ ਲਈ ਬੈਂਕ ਦੇ ਵਿੱਚ ਜਾਓਗੇ ਲੋਨ ਲੈਣ ਲਈ। ਹੁਣ ਮੰਨ ਲਓ ਕਿ ਬੈਂਕ ਜੋ ਹੈ ਉਹ ਤੁਹਾਨੂੰ ਲੋਨ ਦੇਣ ਲਈ ਤਿਆਰ ਹੋ ਜਾਂਦਾ ਹੈ, ਲੇਕਿਨ ਦੈਟ ਵਿਲ ਬੀ ਔਨ 90% ਪਰ ਈਅਰ ਇੰਟਰਸਟ ਰੇਟ, ਠੀਕ ਹੈ, ਕਿ ਤੁਹਾਨੂੰ ਹਰ ਸਾਲ 90% ਇੰਟਰਸਟ ਰੇਟ ਜੋ ਹੈ ਉਸਦਾ ਦੇਣਾ ਪਊਗਾ। ਹੁਣ ਓਬਵੀਅਸ ਹੈ ਇੰਨੇ ਮਹਿੰਗੇ ਵਿਆਜ ਦੀ ਦਰ 'ਤੇ ਤੁਹਾਨੂੰ ਲੋਨ ਦਿੱਤਾ ਜਾ ਰਿਹਾ ਤਾਂ ਤੁਸੀਂ ਉਹ ਨਹੀਂ ਲਓਗੇ, ਠੀਕ ਹੈ, ਕਿਉਂਕਿ ਜਦੋਂ ਇੰਟਰਸਟ ਰੇਟ ਹਾਈ ਹੁੰਦੇ ਨੇ ਤਾਂ ਲੋਕ ਜਿਹੜੇ ਹੈ ਉਹ ਲੋਨ ਲੈਣਾ ਨਹੀਂ ਪ੍ਰੈਫਰ ਕਰਦੇ, ਠੀਕ ਹੈ। ਹੁਣ ਲੋਕ ਲੋਨ ਨਹੀਂ ਲਓਗੇ ਤਾਂ ਕੀ ਹੋਊਗਾ, ਮਾਰਕੀਟ ਦੇ ਵਿੱਚ ਜੋ ਮਨੀ ਦਾ ਫਲੋ ਹੈ, ਮਾਰਕੀਟ ਦੇ ਵਿੱਚ ਜੋ ਪੈਸਾ ਹੈ ਉਹ ਵੀ ਘੱਟ ਰਹੂਗਾ ਕਿਉਂਕਿ ਲੋਕ ਲੋਨ ਲੈ ਹੀ ਨਹੀਂ ਰਹੇ, ਠੀਕ ਹੈ। ਹੁਣ ਮੰਨ ਲਓ ਕਿ ਬੈਂਕ ਡਿਸਾਈਡ ਕਰਦਾ ਹੈ ਕਿ ਜੋ ਇੰਟਰਸਟ ਰੇਟ ਹੈ ਉਹ 1% ਹੈ ਪਰ ਈਅਰ, ਕਿੰਨਾ ਹੈ 1%। ਹੁਣ ਇੰਟਰਸਟ ਰੇਟ ਕਿੰਨਾ ਘੱਟ ਹੈ ਤਾਂ ਓਬਵੀਅਸ ਹੈ ਬਹੁਤ ਸਾਰੇ ਲੋਕ ਲੋਨ ਲੈਣ ਲਈ ਪ੍ਰੈਫਰ ਕਰਨਗੇ, ਠੀਕ ਹੈ। ਇਸ ਨਾਲ ਕੀ ਹੋਊਗਾ, ਇਸ ਨਾਲ ਜੋ ਮਨੀ ਫਲੋ ਹੈ ਉਹ ਕਿਆ ਹੋਊਗਾ, ਇੰਕਰੀਜ਼ ਹੋਊਗਾ ਮਾਰਕੀਟ ਦੇ ਵਿੱਚ, ਠੀਕ ਹੈ। ਹੁਣ ਮਨੀ ਫਲੋ ਇੰਕਰੀਜ਼ ਹੋਊਗਾ ਤਾਂ ਮਨੀ ਦੀ ਵੈਲਿਊ ਕੀ ਹੋ ਜੂਗੀ, ਡਿਕਰੀਜ਼ ਹੋ ਜੂਗੀ। ਕਿਸੇ ਵੀ ਚੀਜ਼ ਦੀ ਅਗਰ ਕਿਸੇ ਵੀ ਚੀਜ਼ ਦੀ ਅਗਰ ਬਹੁਤ ਜ਼ਿਆਦਾ ਅਮਾਊਂਟ ਮੰਨ ਲਓ ਕਿ ਕੋਈ ਚੀਜ਼ ਬਹੁਤ ਜ਼ਿਆਦਾ ਮਾਤਰਾ 'ਚ ਹੋਵੇ ਤਾਂ ਉਹਦੀ ਵੈਲਿਊ ਉਨੀ ਜ਼ਿਆਦਾ ਕੀ ਹੋ ਜਾਂਦੀ ਹੈ, ਘੱਟ ਜਾਂਦੀ ਹੈ। ਹੁਣ ਤੁਸੀਂ ਦੇਖ ਲਓ ਕਿ ਸੋਨਾ ਲਗਾ ਲਓ, ਚਾਂਦੀ ਲਗਾ ਲਓ, ਡਾਇਮੰਡ, ਇਹ ਸਾਡੀ ਨੇਚਰ ਦੇ ਵਿੱਚ ਬਹੁਤ ਹੀ ਲਿਮਿਟਿਡ ਕੁਆਂਟਿਟੀ 'ਚ ਨੇ, ਦੈਟਸ ਵਾਈ ਦੇ ਆਰ ਵੈਰੀ ਐਕਸਪੈਂਸਿਵ, ਠੀਕ ਹੈ। ਲੇਕਿਨ ਕੋਈ ਚੀਜ਼ ਜ਼ਿਆਦਾ ਮਾਤਰਾ 'ਚ ਹੋਵੇ ਤਾਂ ਉਹਦੀ ਵੈਲਿਊ ਜੋ ਹੈ ਉਹ ਡਿਕਰੀਜ਼ ਕਰ ਜਾਂਦੀ ਹੈ, ਠੀਕ ਹੈ। ਤਾਂ ਇੱਦਾਂ ਹੀ ਜਦੋਂ ਮਾਰਕੀਟ ਦੇ ਵਿੱਚ ਮਨੀ ਦਾ ਫਲੋ ਇੰਕਰੀਜ਼ ਕਰ ਜਾਂਦਾ ਹੈ ਦੈਨ ਮਨੀ ਦੀ ਵੈਲਿਊ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ ਅਤੇ ਕੀ ਆ ਜਾਂਦੀ ਹੈ, ਇਨਫਲੇਸ਼ਨ, ਮਹਿੰਗਾਈ ਆ ਜਾਂਦੀ ਹੈ, ਠੀਕ ਹੈ। ਹੁਣ ਕੀ ਹੈ, ਜਦੋਂ ਮਨੀ ਫਲੋ ਲੈਸ ਹੁੰਦਾ ਹੈ ਦੈਨ ਲੋਕਾਂ ਕੋਲ ਕੀ ਹੋਊਗੀ, ਪੈਸੇ ਵੀ ਘੱਟ ਹੋਣਗੇ ਅਤੇ ਇਕਨੋਮਿਕ ਐਕਟੀਵਿਟੀਜ਼ ਵੀ ਘੱਟ ਹੋਣਗੀਆਂ, ਠੀਕ ਹੈ। ਸੋ ਇਹ ਜੋ ਸਾਰੀਆਂ ਚੀਜ਼ਾਂ ਨੇ ਕਿ ਮਨੀ ਫਲੋ ਕਿੰਨਾ ਹੋਣਾ ਚਾਹੀਦਾ ਹੈ, ਠੀਕ ਹੈ, ਕੰਟਰੋਲ ਜੋ ਹੈ ਫਲੋ ਆਫ ਮਨੀ ਦਾ, ਕਿ ਜ਼ਿਆਦਾ ਵੀ ਨਾ ਹੋਵੇ ਬਹੁਤ ਘੱਟ ਵੀ ਨਾ ਹੋਵੇ, ਠੀਕ ਹੈ। ਇਸ ਨੂੰ ਕੌਣ ਕੰਟਰੋਲ ਕਰਦਾ ਹੈ, ਇਸ ਲਈ ਇਹੀ ਹੁੰਦੀ ਹੈ ਸਾਡੀ ਮੋਨੇਟਰੀ ਪੋਲਿਸੀ। ਇਸੇ ਨੂੰ ਡਿਸਾਈਡ ਕਰਨਾ ਹੁੰਦਾ ਹੈ, ਜਿਸ ਨੂੰ ਕੌਣ ਡਿਸਾਈਡ ਕਰਦਾ ਹੈ, ਮੋਨੇਟਰੀ ਪੋਲਿਸੀ ਕਮੇਟੀ, ਠੀਕ ਹੈ। ਪਹਿਲਾਂ ਜੋ ਮੋਨੇਟਰੀ ਪੋਲਿਸੀ ਸੀ ਉਸ ਨੂੰ RBI ਡਿਸਾਈਡ ਕਰਦਾ ਸੀ, ਲੇਕਿਨ ਹੁਣ ਇਸ ਨੂੰ ਮੋਨੇਟਰੀ ਪੋਲਿਸੀ ਕਮੇਟੀ ਜੋ ਹੈ ਉਹ ਡਿਸਾਈਡ ਕਰਦੀ ਹੈ। ਬਿਕੋਜ਼ ਅਸੀਂ ਦੇਖ ਲਿਆ ਹੁਣ ਕਿ ਅਗਰ ਮਾਰਕੀਟ ਦੇ ਵਿੱਚ ਮਨੀ ਜ਼ਿਆਦਾ ਹੋਊਗੀ ਦੈਨ ਇਨਫਲੇਸ਼ਨ ਵੀ ਜ਼ਿਆਦਾ ਹੋਊਗੀ, ਔਰ ਅਗਰ ਮਨੀ ਲੈਸ ਹੋਊਗੀ ਤਾਂ ਉਸਦੇ ਵੀ ਆਪਣੇ ਕੰਸੀਕੁਐਂਸਿਸ ਨੇ ਕਿ ਗਰੋਥ ਜੋ ਹੈ ਉਹ ਲੈਸ ਹੋਊਗੀ, ਠੀਕ ਹੈ। ਸੋ ਆਈ ਹੋਪ ਤੁਹਾਨੂੰ ਮੋਨੇਟਰੀ ਪੋਲਿਸੀ ਬਾਰੇ ਚੀਜ਼ ਪਤਾ ਲੱਗ ਗਈ ਹੋਊਗੀ। ਦੈਨ ਅਸੀਂ ਗੱਲ ਕਰਦੇ ਹਾਂ ਫਿਸਕਲ ਪੋਲਿਸੀ ਬਾਰੇ। ਫਿਸਕਲ ਪੋਲਿਸੀ ਕੀ ਹੁੰਦੀ ਹੈ, ਦੇਖੋ
ਇਹ ਇੱਥੇ ਮੈਂ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ, ਸੋ ਤੁਸੀਂ ਆਪਣੇ ਆਪ ਤੋਂ ਇਸ ਨੂੰ ਰੀਡ ਕਰ ਸਕਦੇ ਹੋ। ਮੇਰਾ ਕੰਮ ਤੁਹਾਨੂੰ ਸਮਝਾਉਣਾ ਹੈ। ਦੇਖੋ ਇੱਥੇ ਜੋ ਵੀ ਚੀਜ਼ਾਂ ਮੈਂ ਸਲਾਈਡਸ 'ਚ ਲਿਖੀਆਂ ਇਹ ਤੁਹਾਨੂੰ ਬਹੁਤ ਸਾਰੀ ਜਗ੍ਹਾ ਤੋਂ ਮਿਲ ਜਾਣਗੀਆਂ, ਕਿਉਂਕਿ ਮਟੀਰੀਅਲ ਬਹੁਤ ਹੁੰਦਾ ਹੈ। ਮੇਨ ਗੱਲ ਹੈ ਕਿ ਤੁਹਾਨੂੰ ਕਨਸੈਪਟ ਸਮਝ 'ਚ ਆਉਣਾ ਚਾਹੀਦਾ ਹੈ, ਠੀਕ ਹੈ। ਸੋ ਮੋਨੀਟਰੀ ਪੋਲਿਸੀ ਜੋ ਹੈ ਉਹਨੂੰ ਕੌਣ ਬਣਾਉਂਦਾ ਹੈ, ਕੌਣ ਮੈਨੇਜ ਕਰਦਾ ਹੈ? ਸੈਂਟਰਲ ਬੈਂਕ ਆਫ ਅ ਕੰਟਰੀ ਵਿਚ ਇਜ਼ RBI ਇੰਡੀਆ, ਠੀਕ ਹੈ। ਹੁਣ ਤੁਸੀਂ ਕਹੋਗੇ ਕਿ ਹੁਣੇ ਤਾਂ ਤੁਸੀਂ ਕਿਹਾ ਸੀ ਮੋਨੀਟਰੀ ਪੋਲਿਸੀ ਕਮੇਟੀ, ਹੁਣ ਮੋਨੀਟਰੀ ਪੋਲਿਸੀ ਕਮੇਟੀ 'ਚ RBI ਦੇ ਹੀ ਬੰਦੇ ਹੁੰਦੇ ਆ, ਠੀਕ ਹੈ। ਹੁਣ ਇਹ ਵੀ ਮੈਂ ਦੱਸਦਾ ਕਿ ਜਿਹੜੀ ਇਹ ਪੋਲਿਸੀ ਹੈ ਇਸ ਦਾ ਮੇਨ ਕੰਸਰਨ ਕੀ ਹੁੰਦਾ ਹੈ ਕਿ ਮੈਨੇਜਮੈਂਟ ਕਰਨੀ ਮਨੀ ਸਪਲਾਈ ਦੀ, ਔਰ ਇੰਟਰਸਟ ਰੇਟ ਜੋ ਹੈ ਇਨ ਐਨ ਇਕੋਨਮੀ ਉਹ ਉਸ ਨੂੰ ਵੇਖਣਾ, ਠੀਕ ਹੈ। ਦੈਨ ਇਹ ਜਿਹੜੀ ਪੋਲਿਸੀ ਹੈ ਇਹ ਟਾਰਗੇਟ ਕਰਦੀ ਹੈ ਇਨਫਲੇਸ਼ਨ ਇਨ ਐਨ ਇਕੋਨਮੀ, ਕਿ ਇਕੋਨਮੀ ਦੇ ਵਿੱਚ ਇਨਫਲੇਸ਼ਨ ਜੋ ਹੈ ਉਹ ਜ਼ਿਆਦਾ ਨਾ ਵੱਧ ਜਾਵੇ, ਠੀਕ ਹੈ। ਦੈਨ ਅਸੀਂ ਗੱਲ ਕਰਦੇ ਹਾਂ ਹੁਣ ਸਾਡੀ ਫਿਸਕਲ ਪੋਲਿਸੀ ਦੀ। ਫਿਸਕਲ ਪੋਲਿਸੀ ਕੀ ਹੁੰਦੀ ਹੈ? ਦੇਖੋ ਫਿਸਕਲ ਪੋਲਿਸੀ ਬਾਰੇ ਜਦੋਂ ਵੀ ਗੱਲ ਕਰਦੇ ਹਾਂ ਤਾਂ ਤੁਹਾਡੇ ਦਿਮਾਗ 'ਚ ਕੀ ਆਉਣਾ ਚਾਹੀਦਾ ਹੈ? ਗਵਰਨਮੈਂਟ, ਠੀਕ ਹੈ। ਸੋ ਫਿਸਕਲ ਪੋਲਿਸੀ ਜੋ ਹੈ ਇਸ ਦੇ ਵਿੱਚ ਹੁੰਦਾ ਹੈ ਕਿ ਗਵਰਨਮੈਂਟ ਨੂੰ ਕਿੱਥੋਂ ਮਨੀ ਆਊਗੀ, ਠੀਕ ਹੈ, ਐਂਡ ਉਹ ਮਨੀ ਗਵਰਨਮੈਂਟ ਜੋ ਹੈ ਕਿੱਥੇ ਸਪੈਂਡ ਕਰੂਗੀ, ਠੀਕ ਹੈ। ਉਸ ਚੀਜ਼ ਨੂੰ ਡਿਸਾਈਡ ਕਰਨਾ ਉਹ ਆਉਂਦਾ ਫਿਸਕਲ ਪੋਲਿਸੀ ਦੇ ਅੰਡਰ, ਠੀਕ ਹੈ। ਔਰ ਇਸ ਨਾਲ ਗਵਰਨਮੈਂਟ ਕੋਸ਼ਿਸ਼ ਕਰਦੀ ਹੈ ਕਿ ਉਹ ਇਕੋਨਮੀ ਨੂੰ ਸਟੇਬਲਾਈਜ਼ ਕਰ ਸਕੇ, ਠੀਕ ਹੈ। ਇਸ ਦੇ ਵਿੱਚ ਕੋਈ ਖਾਸ ਚੀਜ਼ ਨੂੰ ਟਾਰਗੇਟ ਕਰਨਾ ਨਹੀਂ ਹੁੰਦਾ। ਲਾਈਕ ਫਿਸਕਲ ਪੋਲਿਸੀ ਦੇ ਵਿੱਚ ਤੁਸੀਂ ਮੇਨਲੀ ਇਹ ਚੀਜ਼ ਯਾਦ ਰੱਖਣੀ ਹੈ ਕਿ ਗਵਰਨਮੈਂਟ ਨੂੰ ਕਿੱਥੋਂ ਪੈਸਾ ਆਊਗਾ ਅਤੇ ਕਿੱਥੇ ਗਵਰਨਮੈਂਟ ਉਸ ਪੈਸੇ ਨੂੰ ਖਰਚ ਕਰੂਗੀ, ਠੀਕ ਹੈ। ਔਰ ਲੇਮੈਨ ਲੈਂਗੁਏਜ ਇਹਨੂੰ, ਸਿੰਪਲੀ ਲੈਂਗੁਏਜ ਇਸ ਨੂੰ ਬਜਟ ਵੀ ਬੋਲਦੇ ਆ, ਠੀਕ ਹੈ। ਔਰ ਬਜਟ ਨੂੰ ਕੌਣ ਬਣਾਉਂਦਾ ਹੈ? ਗਵਰਨਮੈਂਟ ਆਫ ਇੰਡੀਆ, ਫਾਈਨੈਂਸ ਡਿਪਾਰਟਮੈਂਟ, ਠੀਕ ਹੈ। ਸੋ ਆਈ ਹੋਪ ਤੁਹਾਨੂੰ ਇਹ ਚੀਜ਼ ਵੀ ਕਲੀਅਰ ਹੋ ਗਈ ਹੋਊਗੀ। ਸੋ ਲੈਟਸ ਮੂਵ ਫਰਦਰ, ਜਸਟ ਅ ਮੋਮੈਂਟ। ਹਾਂਜੀ, ਸੋ ਇਹ ਅਸੀਂ ਚੀਜ਼ਾਂ ਡਿਸਕਸ ਕਰ ਲਈਆਂ ਨੇ ਅਤੇ ਹੁਣ ਅਸੀਂ ਮੋਨੀਟਰੀ ਪੋਲਿਸੀ ਦੀ ਗੱਲ ਕਰ ਰਹੇ ਹਾਂ। ਬਾਰ-ਬਾਰ ਅਸੀਂ ਸੈਂਟਰਲ ਬੈਂਕ ਆਫ ਇੰਡੀਆ ਦੀ ਗੱਲ ਕਰ ਰਹੇ ਹਾਂ, ਦੈਟ ਇਜ਼ RBI। ਸੋ ਸਾਨੂੰ ਪਤਾ ਹੋਣਾ ਚਾਹੀਦਾ ਕਿ RBI ਦੀ ਕੀ ਇੰਪੋਰਟੈਂਸ ਹੈ, ਠੀਕ ਹੈ। ਅਤੇ RBI ਜੋ ਹੈ ਉਹ ਕੀ ਫੰਕਸ਼ਨਸ ਨੇ ਉਹਦੇ, ਠੀਕ ਹੈ। ਅਤੇ ਫਿਰ ਉਸ ਤੋਂ ਬਾਅਦ ਅਸੀਂ ਵੇਖਾਂਗੇ ਕਿ ਜੋ ਮੋਨੀਟਰੀ ਪੋਲਿਸੀ ਹੈ ਇਸ ਨੂੰ ਕੰਟਰੋਲ ਕਰਨ ਲਈ ਕੀ ਟੂਲਸ ਨੇ। ਫਿਰ ਸਾਡਾ ਐਕਚੁਅਲ ਜੋ ਚੈਪਟਰ ਜੋ ਹੈ ਉਹ ਸਟਾਰਟ ਹੋ ਜਾਊਗਾ। ਬਟ ਬਿਫੋਰ ਦੈਟ ਵੀ ਹੈਵ ਟੂ ਸਟੱਡੀ ਅਬਾਊਟ ਰਿਜ਼ਰਵ ਬੈਂਕ ਆਫ ਇੰਡੀਆ, ਠੀਕ ਹੈ। ਸੋ ਇਹ ਜੋ ਸਲਾਈਡਸ 'ਤੇ ਲਿਖਿਆ ਹੋਇਆ ਹੈ ਇਹ ਅਸੀਂ ਵਾਰੀ ਪੜ੍ਹਦੇ ਹਾਂ ਕਿ ਕੀ ਹੈ। ਦੇਖੋ ਸਭ ਤੋਂ ਪਹਿਲਾਂ ਜੋ ਰਿਜ਼ਰਵ ਬੈਂਕ ਆਫ ਇੰਡੀਆ ਹੈ, ਠੀਕ ਹੈ, RBI ਇੰਡੀਆ ਦਾ ਜੋ ਸੈਂਟਰਲ ਬੈਂਕ ਹੈ, ਜੋ ਸੈਂਟਰਲ ਰੈਗੂਲੇਟਰੀ ਅਥਾਰਟੀ ਹੈ, ਜੋ ਕਿ ਇੰਡੀਆ ਦੇ ਵਿੱਚ ਪੂਰੇ ਬੈਂਕਿੰਗ ਸਿਸਟਮ ਨੂੰ ਰੈਗੂਲੇਟ ਕਰਦੀ ਹੈ, ਦੈਟ ਇਜ਼ RBI, ਠੀਕ ਹੈ। ਸੋ ਇਹ ਚੀਜ਼ ਇੱਥੇ ਲਿਖੀ ਹੋਈ ਹੈ, ਤੁਸੀਂ ਰੀਡ ਕਰ ਸਕਦੇ ਹੋ। ਇਹਦੇ ਜੋ ਹੈੱਡਕੁਆਟਰਸ ਨੇ ਦੈਟ ਇਜ਼ ਇਨ ਮੁੰਬਈ, ਮਹਾਰਾਸ਼ਟਰ ਦੇ ਵਿੱਚ, ਠੀਕ ਹੈ। ਜੋ RBI ਸੀ, ਠੀਕ ਹੈ, RBI ਦੇ ਜੋ ਆਪਰੇਸ਼ਨਸ ਸੀਗੇ, ਜੋ ਕੰਮ ਸੀਗਾ, ਇਹਨਾਂ ਨੇ ਸਟਾਰਟ ਕੀਤਾ ਸੀਗਾ ਕਰਨਾ ਔਨ 1 April 1935, ਠੀਕ ਹੈ। ਤੋ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਬਿਫੋਰ ਇੰਡੀਪੈਂਡੈਂਸ, ਠੀਕ ਹੈ, ਹਜੇ ਸਾਡੀ ਕੰਟਰੀ ਆਜ਼ਾਦ ਵੀ ਨਹੀਂ ਹੋਈ ਸੀ, ਉਸ ਤੋਂ ਪਹਿਲਾਂ ਤੋਂ ਹੀ RBI ਜੋ ਹੈ ਉਹ ਹੈ, ਠੀਕ ਹੈ। ਅਤੇ ਔਰ ਇਹ ਜੋ ਸਭ ਕੁਛ ਲਿਖਿਆ ਹੋਇਆ ਇਹਦੇ ਕੀ ਆਪਰੇਸ਼ਨਸ ਨੇ, ਸਾਰਾ ਕੁਛ ਇਹਦੀ ਜੋ ਜਾਣਕਾਰੀ ਹੈ ਦੈਟ ਇਜ਼ ਗਿਵਨ ਇਨ ਦਾ ਰਿਜ਼ਰਵ ਬੈਂਕ ਆਫ ਇੰਡੀਆ ਐਕਟ 1934, ਠੀਕ ਹੈ। ਦੈਨ ਅਸੀਂ ਗੱਲ ਕਰਦੇ ਹਾਂ RBI ਦੇ ਵਿੱਚ ਇੱਕ ਗਵਰਨਰ ਹੁੰਦਾ ਹੈ, ਦੈਨ ਕੁਛ ਡੈਪਟੀ ਗਵਰਨਰਸ ਹੁੰਦੇ ਨੇ, ਐਂਡ ਡੈਪਟੀ ਗਵਰਨਰਸ ਸ਼ੁੱਡ ਨਾਟ ਬੀ ਮੋਰ ਦੈਨ 4। ਇਹਨਾਂ ਦਾ ਨੰਬਰ ਜੋ ਹੈ ਉਹ 4 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਠੀਕ ਹੈ। ਔਰ ਇਹਨਾਂ ਨੂੰ ਕੌਣ ਅਪੋਇੰਟ ਕਰਦਾ ਹੈ? ਦੇ ਆਰ ਅਪੋਇੰਟਡ ਬਾਈ ਦ ਸੈਂਟਰਲ ਗਵਰਨਮੈਂਟ। ਹੁਣ ਦੇਖੋ ਇੱਥੇ ਇੱਕ ਕੁਐਸਚਨ ਤੁਹਾਨੂੰ ਆ ਸਕਦਾ ਹੈ, ਇੱਕ ਆਇਆ ਵੀ ਹੈ ਆਈ ਥਿੰਕ ਕੁਐਸਚਨ, ਮੈਨੂੰ ਪਤਾ ਨਹੀਂ, ਅਗਰ ਮੈਂ ਅੱਗੇ ਕੁਛ ਕੁਐਸਚਨਸ ਲਿਖੇ ਹੋਏ ਨੇ, ਅਗਰ ਉਹਨਾਂ ਦੇ ਵਿੱਚ ਹੋਇਆ ਤਾਂ ਅਸੀਂ ਜ਼ਰੂਰ ਡਿਸਕਸ ਕਰਾਂਗੇ। ਬਟ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ RBI ਦੇ ਦੇਖੋ ਜੋ ਗਵਰਨਰਸ ਐਂਡ ਡੈਪਟੀ ਗਵਰਨਰਸ ਹੈ, ਇੱਥੇ ਲਿਖਿਆ ਹੋਇਆ ਕਿ ਦੇ ਆਰ ਅਪੋਇੰਟਡ ਬਾਈ ਗਵਰਨਮੈਂਟ ਆਫ ਇੰਡੀਆ, ਠੀਕ ਹੈ। ਫਿਕਸਡ ਟਾਈਮ ਪੀਰੀਅਡ ਲਈ ਅਪੋਇੰਟ ਹੁੰਦੇ ਨੇ, ਬਟ ਕੀ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਹੀ ਡਿਸਾਈਡ ਕਰਦੀ ਹੈ, ਮਤਲਬ ਸਿਲੈਕਟ ਕਰਦੀ ਹੈ। ਸੋ ਦੇਖੋ ਗਵਰਨਮੈਂਟ ਆਫ ਇੰਡੀਆ ਉਹਨਾਂ ਨੂੰ ਸਿਲੈਕਟ ਨਹੀਂ ਕਰਦੀ, ਉਹ ਸਿਰਫ ਉਹਨਾਂ ਨੂੰ ਅਪੋਇੰਟ ਕਰਦੀ ਹੈ। ਸਿਲੈਕਟ ਕਰਨ ਲਈ ਦੇਰ ਇਜ਼ ਅ ਸੈਪਰੇਟ ਬੋਡੀ, ਇੱਕ ਅਲੱਗ ਤੋਂ ਬੋਡੀ ਹੈ, ਠੀਕ ਹੈ, ਜੋ ਕਿ ਕੁਛ ਨਾਮ ਜੋ ਹੈ ਰੈਕਮੈਂਡ ਕਰਦੀ ਹੈ, ਠੀਕ ਹੈ। ਫਿਰ ਉਹ ਜਿਹੜੇ ਨਾਮ ਨੇ ਉਹਨਾਂ ਨੂੰ ਕੌਣ ਅਪੋਇੰਟ ਕਰਦਾ ਹੈ? ਸੈਂਟਰਲ ਗਵਰਨਮੈਂਟ
ਜੋ ਹੈ ਇੰਡੀਆ ਦੀ ਉਹ, ਠੀਕ ਹੈ। ਸੋ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਹੁਣ ਅਗਰ ਅਸੀਂ ਕਰੰਟ ਗਵਰਨਰ ਦੀ ਗੱਲ ਕਰੀਏ RBI ਦੀ, ਉਹ ਨੇ ਸ਼ਕਤੀਕਾਂਤ ਦਾਸ, ਠੀਕ ਹੈ। ਅਤੇ ਇੱਕ ਚੀਜ਼ ਹੋਰ, ਹੁਣ ਇਹ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਹੈਗਾ, ਇਹ ਤੁਹਾਨੂੰ ਪਤਾ ਹੈ ਪ੍ਰੀ ਇੰਡੀਪੈਂਡੈਂਸ ਹੈ। ਅਤੇ ਅਗਰ ਤੁਹਾਨੂੰ ਕੋਈ ਪੁੱਛ ਲਵੇ, ਵੈਸੇ ਤਾਂ ਇੱਦਾਂ ਦਾ ਕੁਐਸਚਨ ਸ਼ਾਇਦ ਸਟੇਟ ਐਗਜ਼ਾਮ ਦੇ ਵਿੱਚ ਆ ਸਕਦਾ, IAS ਦੇ ਵਿੱਚ ਤਾਂ ਨਹੀਂ ਆਊਗਾ। ਸੋ ਇਹਦੇ ਜਿਹੜੇ ਫਸਟ ਗਵਰਨਰ ਨੇ, ਮੈਂ ਉਹਨਾਂ ਦਾ ਨਾਮ ਲਿਖ ਦਿੰਦੀ ਹਾਂ, ਕੌਣ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਥੇ ਲੈਟ ਮੀ ਰਾਈਟ ਡਾਊਨ ਫਸਟ ਗਵਰਨਰ, ਠੀਕ ਹੈ। ਜੋ ਪਹਿਲੇ ਗਵਰਨਰ ਨੇ ਉਹ ਨੇ ਉਹਨਾਂ ਦਾ ਨਾਮ ਹੈ ਸਰ ਔਸਬੋਰਨ ਸਮਿਥ। ਹੁਣ ਇਹ ਚੀਜ਼ ਯਾਦ ਰੱਖਣੀ ਹੈ, ਬਿਫੋਰ ਇੰਡੀਪੈਂਡੈਂਸ ਹੈ, ਠੀਕ ਹੈ। ਅਤੇ ਇਹ ਜੋ ਪਰਸਨ ਹੈ, ਇਹ ਨਾਮ ਤੋਂ ਲੱਗ ਰਹੇ ਨੇ ਕੋਈ ਫੋਰਨਰ ਹੋਊਗਾ, ਠੀਕ ਹੈ। ਸਰ ਔਸਬੋਰਨ, OSBOR then N, sorry for the handwriting, ਔਸਬੋਰਨ ਸਮਿਥ। ਇਹ ਜੋ ਨੇ, ਇਹ ਫਸਟ, ਐਕਚੁਅਲੀ ਮੈਂ ਅੱਗੇ ਜੋ ਲੈਕਚਰ ਹੈ ਉਹ ਮੈਂ ਫ਼ੋਨ 'ਚ ਰਿਕਾਰਡ ਕਰਦੀ ਸੀ, ਬਟ ਅੱਜ ਮੈਂ ਲੈਪਟੋਪ 'ਚ ਰਿਕਾਰਡ ਕਰ ਰਹੀ ਹਾਂ। ਸੋ ਹਜੇ ਮੈਂ ਪ੍ਰੋਪਰ ਲਾਈਕ ਸੈਟਅਪ ਤਿਆਰ ਨਹੀਂ ਕੀਤਾ, ਸੋ ਹਜੇ ਇੱਦਾਂ ਹੋ ਰਿਹਾ, ਮੈਂ ਅੱਜ ਮਾਊਸ ਨੂੰ ਅਟੈਚ ਨਹੀਂ ਕੀਤਾ। ਸੋ ਨੈਕਸਟ ਟਾਈਮ ਆਈ ਕੀਪ ਦੈਟ ਇਨ ਮਾਈਂਡ। ਸੋ ਫਸਟ ਗਵਰਨਰ ਜੋ ਸੀ ਨੋਨ ਇੰਡੀਅਨ ਗਵਰਨਮੈਂਟ, ਜੋ ਇੰਡੀਅਨ ਨਹੀਂ ਸੀ, ਦੈਟ ਵਾਜ਼ ਸਰ ਔਸਬੋਰਨ ਸਮਿਥ। ਅਗਰ ਤੁਹਾਨੂੰ ਕੋਈ ਪੁੱਛ ਲੇ ਕਿ ਫਸਟ ਇੰਡੀਅਨ ਗਵਰਨਰ ਕੌਣ ਸੀ, ਤਾਂ ਉਹਨਾਂ ਦਾ ਨਾਮ ਹੈ CD ਦੇਸ਼ਮੁਖ। ਸੋ ਉਹਨਾਂ ਦਾ ਨਾਮ ਵੀ ਮੈਂ ਲਿਖ ਦਿੰਦੀ ਹਾਂ ਇੱਥੇ। ਫਸਟ ਜੋ ਸੀ, ਫਸਟ ਤੁਸੀਂ ਵੈਸੇ ਖੁਦ ਵੀ ਚੈੱਕ ਕਰ ਸਕਦੇ ਹੋ, ਜੋ ਇੰਡੀਅਨ ਗਵਰਨਰ ਸੀਗਾ, ਠੀਕ ਹੈ, ਦੈਟ ਵਾਜ਼ CD ਦੈਨ ਸੀ ਦੇਸ਼ਮੁਖ, ਠੀਕ ਹੈ, DESHMUKH। ਸੋ ਦੈਟਸ CD ਦੇਸ਼ਮੁਖ। ਸੋ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ, ਠੀਕ ਹੈ। ਹੁਣ ਅਸੀਂ ਚੱਲਦੇ ਹਾਂ ਅੱਗੇ, ਜਸਟ ਅ ਮੋਮੈਂਟ, ਮੈਂ ਸਾਰਾ ਰਬ ਕਰ ਦਿੰਦੀ ਹਾਂ। ਚਲੋ ਇਹ ਅਸੀਂ ਬਾਅਦ 'ਚ ਰਬ ਵਗੈਰਾ ਕਰ ਲਾਂਗੇ। ਦੈਨ ਅਸੀਂ ਅੱਗੇ ਚੱਲਦੇ ਹਾਂ ਫੰਕਸ਼ਨਸ ਆਫ ਦਾ RBI ਦੇ ਕੀ ਫੰਕਸ਼ਨਸ ਨੇ। ਦੇਖੋ ਇੱਥੇ ਮੈਂ ਸਾਰੇ ਫੰਕਸ਼ਨਸ ਜੋ ਨੇ ਉਹ ਲਿਖੇ ਨੇ। ਸਭ ਤੋਂ ਪਹਿਲਾ ਫੰਕਸ਼ਨ ਕੀ ਹੈ ਕਿ ਇਹ ਏਪੈਕਸ ਮੋਨੇਟਰੀ ਅਥਾਰਟੀ ਹੈ, ਬੈਂਕਰ ਟੂ ਦਾ ਗਵਰਨਮੈਂਟ ਹੈ, ਰੋਲ ਇਨ ਦਾ ਡਿਵੈਲਪਮੈਂਟ ਹੈ ਇਹਦਾ, ਇਸ਼ੂਅਰ ਆਫ ਦਾ ਕਰੰਸੀ ਹੈ, ਫੋਰਨ ਐਕਸਚੇਂਜ ਐਂਡ ਰਿਜ਼ਰਵ ਮੈਨੇਜਮੈਂਟ, oversight of payment settlement systems, regulator of financial system and lender of last resort, ਠੀਕ ਹੈ। ਸੋ ਅਸੀਂ ਵਾਰੀ ਕਰਕੇ ਇਹਨੂੰ ਵੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਏਪੈਕਸ ਮੋਨੇਟਰੀ ਅਥਾਰਟੀ ਦੀ। ਦੇਖੋ ਜੋ RBI ਹੈ, ਇਹ ਏਪੈਕਸ ਮੋਨੇਟਰੀ ਅਥਾਰਟੀ ਹੈ, ਮਤਲਬ ਕਿ ਜੋ ਕੰਟਰੀ ਦੀ ਮੋਨੇਟਰੀ ਪੋਲਿਸੀ ਹੈ, ਠੀਕ ਹੈ, ਉਸਨੂੰ ਮੋਨੀਟਰ ਕਰਨਾ, ਦੇਖਣਾ ਅਤੇ ਉਹਨੂੰ ਚੈੱਕ ਕਰਨਾ, ਇਨਫਲੇਸ਼ਨ ਵਗੈਰਾ ਨੂੰ, ਇਹ ਕੰਮ ਜੋ ਹੈ ਉਹ RBI ਕਰਦੀ ਹੈ, ਠੀਕ ਹੈ। ਪ੍ਰਾਈਸ ਸਟੇਬਿਲਿਟੀ ਨੂੰ ਮੇਨਟੇਨ ਕਰਨਾ ਅਤੇ ਇਨਸ਼ੋਰ ਕਰਨਾ ਕਿ ਸਫੀਸ਼ੀਐਂਟ ਅਮਾਊਂਟ ਆਫ ਮਨੀ ਸਪਲਾਈ ਜਿਹੜੀ ਹੈਗੀ ਹੈ ਉਹ ਹੁੰਦੀ ਰਹੇ ਟੂ ਦਾ ਵੇਰੀਅਸ ਸੈਕਟਰ, ਕਿਉਂਕਿ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਹੀ ਕੰਮ ਨਹੀਂ ਹੈ, ਉਸਦੇ ਨਾਲ ਸਸਟੇਨੇਬਲ ਡਿਵੈਲਪਮੈਂਟ ਵੀ ਰਹੇ, ਇਹ ਚੀਜ਼ ਵੀ ਜੋ ਹੈ RBI ਦਾ ਕੰਮ ਹੈ, ਠੀਕ ਹੈ। ਦੈਨ ਆਉਂਦਾ ਹੈ ਬੈਂਕਰਸ ਟੂ ਦਾ ਗਵਰਨਮੈਂਟ। ਹੁਣ ਸਾਨੂੰ ਅਗਰ ਲਾਈਕ ਇੱਕ ਚੀਜ਼ ਹੋਰ ਯਾਦ ਰੱਖਣੀ ਆ ਤੁਸੀਂ ਕਿ ਗਵਰਨਰ ਜੋ ਹੈ RBI ਦਾ, ਉਹਦੇ ਕੋਲ ਜੋ ਪਾਵਰ ਹੈ ਉਹ ਕਿੱਥੇ ਤੋਂ ਆਉਂਦੀ ਹੈ, RBI ਐਕਟ ਤੋਂ, ਠੀਕ ਹੈ। ਸੋ ਇਹ ਚੀਜ਼ ਵੀ ਯਾਦ ਰੱਖਣੀ ਹੈ। ਔਰ ਬੈਂਕਰਸ ਟੂ ਦਾ ਗਵਰਨਮੈਂਟ ਦੀ ਗੱਲ ਕਰਦੇ ਹਾਂ। ਦੇਖੋ ਮੈਨੂੰ ਵਿੱਚ 'ਚ ਨਾ ਕਈ ਵਾਰ ਚੀਜ਼ਾਂ ਯਾਦ ਆਉਂਦੀਆਂ ਰਹਿੰਦੀਆਂ ਕਿ ਹਾਂ ਇਹ ਰਹਿ ਗਿਆ ਤਾਂ ਮੈਂ ਨਾਲ ਦੀ ਨਾਲ ਬੋਲ ਦਿੰਦੀ ਹਾਂ, ਤਾਂ ਤੁਸੀਂ
ਉਸਨੂੰ ਨੋਟ ਡਾਊਨ ਕਰ ਲਿਆ ਕਰੋ, ਠੀਕ ਹੈ। ਅਤੇ ਹੁਣ ਗੱਲ ਕਰਦੇ ਹਾਂ ਬੈਂਕਰਸ ਟੂ ਦਾ ਗਵਰਨਮੈਂਟ ਦੀ। ਦੇਖੋ RBI ਜੋ ਹੈ ਉਸਦਾ ਕਾਫੀ ਇੰਪੋਰਟੈਂਟ ਰੋਲ ਹੈ। ਜਿਵੇਂ ਕਿ ਮੰਨ ਲਓ ਕਿ ਸਾਨੂੰ ਪੈਸਾ ਲੈਣਾ ਹੁੰਦਾ ਹੈ, ਠੀਕ ਹੈ, ਅਸੀਂ ਕਿਸ ਕੋਲ ਜਾਂਦੇ ਹਾਂ, ਬੈਂਕ ਕੋਲ ਜਾਂਦੇ ਹਾਂ। ਲੇਕਿਨ ਅਗਰ ਗਵਰਨਮੈਂਟ ਨੂੰ ਪੈਸਾ ਲੈਣਾ ਹੋਊਗਾ ਤਾਂ ਉਹ ਕਿਹਦੇ ਕੋਲ ਜਾਊਗੀ, ਇੱਥੇ ਆ ਜਾਂਦਾ RBI ਦਾ ਬਹੁਤ ਇੰਪੋਰਟੈਂਟ ਰੋਲ ਹੈ ਐਜ਼ ਅ ਬੈਂਕ ਟੂ ਦਾ ਸੈਂਟਰਲ ਗਵਰਨਮੈਂਟ। ਇਹ ਸੈਂਟਰਲ ਗਵਰਨਮੈਂਟ ਦਾ ਬੈਂਕ ਹੈ ਐਜ਼ ਵੈਲ ਐਜ਼ ਵੇਰੀਅਸ ਸਟੇਟ ਗਵਰਨਮੈਂਟ, ਬਹੁਤ ਸਾਰੀ ਜਿੰਨੀ ਵੀ ਸਾਰੀਆਂ ਸਟੇਟਸ ਗਵਰਨਮੈਂਟ ਨੇ ਉਹਨਾਂ ਲਈ ਵੀ ਇਹ ਬੈਂਕ ਦਾ ਕੰਮ ਕਰਦਾ ਹੈ, ਠੀਕ ਹੈ। ਇਹ ਕੀ ਕਰਦਾ ਹੈ, ਇਹ ਜੋ ਵੀ ਗਵਰਨਮੈਂਟਸ ਦੀ ਸ਼ਾਰਟ ਟਰਮ ਨੀਡਸ ਹੁੰਦੀਆਂ ਨੇ, ਫਾਈਨੈਂਸ਼ੀਅਲ ਨੀਡਸ ਹੁੰਦੀਆਂ ਨੇ, ਉਹਨਾਂ ਨੂੰ ਕੀ ਕਰਦਾ ਹੈ, ਪੂਰੀ ਕਰਦਾ ਹੈ, ਠੀਕ ਹੈ। ਦੈਨ ਉਸ ਇੱਕ ਸੈਕਿੰਡ, ਜਸਟ ਅ ਮੋਮੈਂਟ, ਇਹ ਥੋੜ੍ਹਾ ਉਹ ਹੋ ਗਿਆ, ਹਾਂਜੀ ਹੁਣ ਠੀਕ ਹੈ। ਅਤੇ ਗਵਰਨਮੈਂਟ ਦੇ ਜੋ ਡਿਪੋਜ਼ਿਟਸ ਅਕਾਊਂਟ ਹੁੰਦੇ ਨੇ ਉਹ ਵੀ ਕੌਣ ਮੇਨਟੇਨ ਕਰਦਾ ਹੈ, RBI ਮੇਨਟੇਨ ਕਰਦਾ ਹੈ, ਠੀਕ ਹੈ। ਹੁਣ ਅਸੀਂ ਚੱਲਦੇ ਹਾਂ ਅੱਗੇ। ਦੈਨ ਉਸ ਤੋਂ ਬਾਅਦ ਸਾਡਾ ਆ ਜਾਂਦਾ ਹੈ ਰੋਲ ਇਨ ਡਿਵੈਲਪਮੈਂਟ। ਹੁਣ ਜੋ RBI ਹੈ ਉਸਦੇ ਬਹੁਤ ਸਾਰੇ ਫੰਕਸ਼ਨਸ ਨੇ, ਲਾਈਕ ਕੰਟਰੀ ਦੀ ਜੋ ਡਿਵੈਲਪਮੈਂਟ ਕਰਵਾਉਣੀ ਆ ਉਸਦੇ ਵਿੱਚ, ਠੀਕ ਹੈ। ਇਸ ਲਈ RBI ਜੋ ਹੈ ਉਸਨੇ ਬਹੁਤ ਸਾਰੇ ਇੰਸਟੀਟਿਊਸ਼ਨਸ ਸੈਟਅਪ ਕੀਤੇ ਨੇ, ਲਾਈਕ NABARD, SIDBI, IDBI ਐਟਸੈਟਰਾ। ਇਸ ਤੋਂ ਇਲਾਵਾ ਵੀ ਬਹੁਤ ਨੇ, ਠੀਕ ਹੈ। ਅਤੇ ਬਾਕੀ ਇਹ ਰੈਗੂਲੇਟ ਕਰਦਾ ਹੈ ਇੰਟਰਸਟ ਰੇਟ ਕਿੰਨੇ ਹੋਣੇ ਚਾਹੀਦੇ ਨੇ, ਮਨੀ ਸਪਲਾਈ ਕਿੰਨੀ ਹੋਣੀ ਚਾਹੀਦੀ ਹੈ, ਇਨਫਲੇਸ਼ਨ, ਬਿਕੋਜ਼ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਜੋ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹਨਾਂ ਦਾ ਨਾ ਫਿਰ ਬਹੁਤ ਜ਼ਿਆਦਾ ਇੰਪੈਕਟ ਪੈਂਦਾ ਹੈ ਇਨਵੈਸਟਮੈਂਟ 'ਤੇ। ਬਿਕੋਜ਼ ਹਰ ਚੀਜ਼ ਜੋ ਇਕੋਨਮੀ ਦੇ ਵਿੱਚ ਹੁੰਦੀ ਆ ਉਹ ਕੀ ਹੁੰਦੀ ਹੈ, ਲਿੰਕ ਹੁੰਦੀ ਹੈ ਇੱਕ ਦੂਜੇ ਨਾਲ, ਠੀਕ ਹੈ। ਸੋ ਉਸੇ ਹਿਸਾਬ ਨਾਲ ਤੁਹਾਨੂੰ ਪਤਾ ਹੈ ਕਿ ਇੰਟਰਸਟ ਰੇਟ ਕਿੰਨਾ ਹੋਊਗਾ, ਮਨੀ ਸਪਲਾਈ ਜ਼ਿਆਦਾ ਹੈ ਘੱਟ ਹੈ, ਇਨਫਲੇਸ਼ਨ ਜ਼ਿਆਦਾ ਹੈ ਘੱਟ ਹੈ, ਉਸੀ ਦੇ ਹਿਸਾਬ ਨਾਲ ਲੋਕ ਇਨਵੈਸਟਮੈਂਟ ਕਰਦੇ ਨੇ, ਸੇਵਿੰਗਸ ਕਰਦੇ ਨੇ, ਬਿਜ਼ਨਸ ਰਿਲੇਟਿਡ ਜੋ ਡਿਸੀਜਨਸ ਲਏ ਜਾਂਦੇ ਨੇ, ਜੋ ਕੰਜ਼ੰਪਸ਼ਨ ਕੀਤੀ ਜਾਂਦੀ ਹੈ, ਉਹ ਸਾਰੀਆਂ ਇਹੀ 3 ਚੀਜ਼ਾਂ ਇੰਟਰਸਟ ਰੇਟ, ਮਨੀ ਸਪਲਾਈ, ਇਨਫਲੇਸ਼ਨ, ਇਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੀਤੀ ਜਾਂਦੀ ਹੈ। ਸੋ ਇਸ ਸਭ ਨੂੰ ਵੇਖਣਾ, ਠੀਕ ਹੈ, ਇਹ ਕੰਮ ਹੁੰਦਾ ਹੈ RBI ਦਾ। ਸੋ ਇਸ ਤਰ੍ਹਾਂ RBI ਕੰਟਰੀਬਿਊਟ ਕਰਦਾ ਹੈ ਇਕੋਨਮੀ ਦੀ ਡਿਵੈਲਪਮੈਂਟ ਦੇ ਵਿੱਚ, ਠੀਕ ਹੈ। ਦੈਨ ਆ ਗਿਆ ਇਸ਼ੂਅਰ ਆਫ ਦਾ ਕਰੰਸੀ। ਦੇਖੋ RBI ਤੁਹਾਨੂੰ ਪਤਾ ਹੈ ਫਲੋ ਆਫ ਮਨੀ ਕੰਟਰੋਲ ਕਰਦਾ ਹੈ ਮਾਰਕੀਟ ਦੇ ਵਿੱਚ, ਠੀਕ ਹੈ। ਸੋ ਅਗਰ ਪ੍ਰਿੰਟਿੰਗ ਆਫ ਮਨੀ ਦੀ ਗੱਲ ਆ ਜਾਵੇ, ਨੋਟ ਨੂੰ ਛਾਪਣ ਦੀ ਗੱਲ ਆ ਜਾਵੇ, ਤਾਂ ਉਹਦਾ ਕੰਮ ਵੀ ਕਿਸ ਦਾ ਹੈ, ਸੋਲ ਅਥਾਰਟੀ ਕੌਣ ਹੈ ਉਸ ਲਈ, RBI, ਠੀਕ ਹੈ। ਅਤੇ ਇਹ ਇਸ਼ੂਜ਼ ਕਰਦਾ ਹੈ ਕਰੰਸੀ ਨੋਟਸ ਅਦਰ ਦੈਨ 1 ਰੁਪੀ ਨੋਟ। ਇਹਦੇ ਬਾਰੇ ਅਸੀਂ ਪੜ੍ਹ ਚੁੱਕੇ ਹਾਂ, ਬਹੁਤ ਚੰਗੀ ਤਰ੍ਹਾਂ ਪੜ੍ਹਿਆ ਸੀਗਾ ਕਿ 1 ਰੁਪੀ ਨੋਟ ਨੂੰ ਕੌਣ ਛਾਪਦਾ ਹੈ, ਠੀਕ ਹੈ, ਬਹੁਤ ਡਿਟੇਲ 'ਚ ਪੜ੍ਹਿਆ ਸੀ ਅਸੀਂ। ਤਾਂ ਉਸ ਲਈ ਵੀ ਤੁਸੀਂ ਮੇਰੀ ਜੋ ਇਕੋਨਮੀ ਦੀ ਪਲੇਲਿਸਟ ਹੈ ਉਹਦੇ ਵਿੱਚ ਵੀਡੀਓਜ਼ ਜਾ ਕੇ ਚੈੱਕ ਕਰ ਸਕਦੇ ਹੋ, ਠੀਕ ਹੈ। ਅਤੇ ਇਹ ਕਰੰਸੀ ਨੋਟਸ ਇਸ਼ੂ ਕਰਦਾ ਹੈ RBI, ਲੇਕਿਨ 1 ਰੁਪੀ ਦਾ ਨੋਟ ਨਹੀਂ ਕਰਦਾ। ਉਹ ਕੌਣ ਕਰਦਾ ਹੈ, ਫਾਈਨੈਂਸ ਮਿਨਿਸਟਰੀ ਜੋ ਹੈ ਉਹ ਇਸ਼ੂ ਕਰਦੀ ਹੈ, ਠੀਕ ਹੈ। ਹੁਣ ਅੱਗੇ ਹੈਗਾ ਫੋਰਨ ਐਕਸਚੇਂਜ ਐਂਡ ਰਿਜ਼ਰਵ ਮੈਨੇਜਮੈਂਟ। ਦੇਖੋ ਫੋਰਨ ਐਕਸਚੇਂਜ ਵਰਡ ਤੁਸੀਂ ਮੇ ਬੀ ਕਈਆਂ ਲਈ ਨਵਾਂ ਹੋਊਗਾ, ਰਿਜ਼ਰਵ ਕੀ ਹੁੰਦਾ ਹੈ। ਦੇਖੋ ਅਗਰ ਅਸੀਂ ਗੱਲ ਕਰੀਏ ਫੋਰਨ ਐਕਸਚੇਂਜ ਐਂਡ ਰਿਜ਼ਰਵ ਦੀ, ਦੇਖੋ ਤੁਹਾਨੂੰ ਪਤਾ ਹੋਊਗਾ ਕਿ ਅਸੀਂ ਬਹੁਤ ਸਾਰੇ ਲਾਈਕ ਦੂਜੀ ਕੰਟਰੀਜ਼ ਨਾਲ ਲੈਣ ਦੇਣ ਕਰਦੇ ਹਾਂ, ਠੀਕ ਹੈ। ਸੋ ਉਸ ਦੇ ਵਿੱਚ ਅਸੀਂ ਮਨੀ ਦਾ ਯੂਜ਼ ਕਰਦੇ ਹਾਂ, ਠੀਕ ਹੈ। ਲਾਈਕ ਫੋਰਨ ਐਕਸਚੇਂਜ ਐਂਡ ਰਿਜ਼ਰਵ ਮੈਨੇਜਮੈਂਟ ਨਾਲ ਫੋਰਨ ਕਰੰਸੀ ਦਾ ਯੂਜ਼ ਕਰਦੇ ਹਾਂ। ਫੋਰਨ ਕਰੰਸੀ ਰਿਜ਼ਰਵ ਕਰੰਸੀ ਕੀ ਹੁੰਦੀ ਹੈ, ਸਾਰੀ ਕਰੰਸੀਜ਼ ਤੁਹਾਨੂੰ ਪਤਾ ਹੈ ਕਿੰਨੀਆਂ ਹੁੰਦੀਆਂ ਨੇ, ਰੁਪੀ ਤੋਂ ਇਲਾਵਾ ਯੂਰੋ, ਪਾਊਂਡ, ਡਾਲਰਸ, ਠੀਕ ਹੈ, ਬਹੁਤ ਸਾਰੀ ਕਰੰਸੀਜ਼ ਨੇ। ਤਾਂ ਉਹ ਫੋਰਨ ਜੋ ਕਰੰਸੀ ਦੇ ਰਿਜ਼ਰਵ ਨੇ, ਭੰਡਾਰ ਨੇ, ਉਹਨਾਂ ਦਾ ਜੋ ਕਸਟੇਡੀਅਨ ਹੈ, ਉਹਦੀ ਜੋ ਦੇਖਭਾਲ ਕਰਦਾ ਹੈ, ਉਹ ਕੌਣ ਕਰਦਾ ਹੈ, RBI ਕਰਦਾ ਹੈ, ਠੀਕ ਹੈ। ਹੁਣ ਕਿਉਂ ਕਰਦਾ ਹੈ, ਇਹ ਦੇਖੋ ਇੱਥੇ ਲਿਖੀ ਹੋਈ ਹੈ ਇੱਕ ਚੀਜ਼ ਤੁਸੀਂ ਵੇਖ ਸਕਦੇ ਹੋ, ਟੂ ਡੀਲ ਵਿਦ ਐਡਵਰਸ ਬੈਲੈਂਸ ਆਫ ਪੇਮੈਂਟ ਸਿਨੈਰੀਓ। ਦੇਖੋ ਮੈਂ ਤੁਹਾਨੂੰ ਦੱਸਦੀ ਹਾਂ, 1991 ਦੇ ਵਿੱਚ ਨਾ ਇੱਕ ਕ੍ਰਾਈਸਿਸ ਆਇਆ ਸੀ, ਇੱਕ ਪ੍ਰੋਬਲਮ ਆਈ ਸੀ, ਲਾਈਕ ਕਿ ਕੀ ਹੋਇਆ ਸੀਗਾ ਕਿ ਤੁਹਾਨੂੰ ਪਤਾ ਅਸੀਂ ਇੱਕ ਦੂਜੀ ਕੰਟਰੀਜ਼ ਤੋਂ ਇੰਪੋਰਟ ਐਕਸਪੋਰਟ ਕਰਦੇ ਹਾਂ। ਤਾਂ ਉਸ ਟਾਈਮ ਕੀ ਹੋਇਆ ਸੀ, ਇੰਡੀਆ ਕੋਲ ਨਾ ਪੈਸਾ ਨਹੀਂ ਬਚਿਆ ਸੀਗਾ ਕਿ ਇੰਪੋਰਟ ਕਰਵਾਉਣ ਲਈ ਦੂਸਰੀ ਕੰਟਰੀਜ਼ ਤੋਂ। ਸਾਡੇ ਕੋਲ ਜੋ ਡਾਲਰਸ ਹੈ ਉਹ ਖ਼ਤਮ ਹੋ ਗਏ ਸੀ। ਹੁਣ ਤੁਸੀਂ ਸੋਚੋਗੇ ਫਿਰ ਰੁਪੀ ਕਿਉਂ ਨਹੀਂ ਯੂਜ਼ ਕੀਤੇ, ਕਿਉਂਕਿ ਦੇਖੋ ਅਸੀਂ ਜੋ ਵੀ
ਇੰਪੋਰਟ ਐਕਸਪੋਰਟ ਕਰਦੇ ਆ ਉਹਦੇ ਵਿੱਚ ਜੋ ਇੰਟਰਨੈਸ਼ਨਲ ਕਰੰਸੀ ਆ ਦੈਟ ਇਜ਼ ਡਾਲਰ, ਉਹ ਯੂਜ਼ ਕਰੇ ਜਾਂਦੇ ਆ। ਅਸੀਂ ਅਗਰ ਕੁਛ ਕਿਸੇ ਵੀ ਕੰਟਰੀ ਤੋਂ ਕੁਛ ਮੰਗਵਾ ਰਹੇ ਹਾਂ, ਤੇਲ ਮੰਗਵਾ ਰਹੇ ਹਾਂ, ਕੁਛ ਵੀ ਮੰਗਵਾ ਰਹੇ ਹਾਂ, ਤਾਂ ਉਹਨਾਂ ਨੂੰ ਜੋ ਅਸੀਂ ਅਮਾਊਂਟ ਪੇ ਕਰਦੇ ਹਾਂ ਦੈਟ ਇਜ਼ ਇਨ ਦਾ ਡਾਲਰਸ, ਠੀਕ ਹੈ। ਔਰ ਡਾਲਰਸ ਅਗਰ ਸਾਡੇ ਕੋਲ ਪਏ ਆ ਤਾਂ ਸਾਡੇ ਕੋਲ ਕੀ ਹੈ, ਫੋਰਨ ਰਿਜ਼ਰਵ ਪਿਆ, ਫੋਰਨ ਕਰੰਸੀ ਰਿਜ਼ਰਵ ਪਿਆ। ਉਸ ਤੋਂ ਇਲਾਵਾ ਯੂਰੋ ਪਾਊਂਡ ਵੀ ਹੁੰਦੇ ਨੇ, ਬਟ ਮੇਨਲੀ ਜੋ ਇੰਟਰਨੈਸ਼ਨਲ ਕਰੰਸੀ ਹੈ ਦੈਟ ਇਜ਼ ਡਾਲਰਸ, ਠੀਕ ਹੈ। ਤਾਂ ਉਸ ਟਾਈਮ ਕੀ ਹੋਇਆ ਸੀ, ਸਾਡੇ ਕੋਲ ਡਾਲਰ ਖਤਮ ਹੋ ਗਏ ਸੀਗੇ। ਇਸ ਚੀਜ਼ ਨੂੰ ਬੋਲਦੇ ਆ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ, ਠੀਕ ਹੈ। ਅਤੇ ਇਹ ਚੀਜ਼ ਦੁਬਾਰਾ ਰਿਪੀਟ ਨਾ ਹੋਵੇ, ਇਸੇ ਲਈ ਜੋ RBI ਹੈ ਉਹ ਮੇਨਟੇਨ ਕਰਕੇ ਰੱਖਦੀ ਹੈ ਫੋਰਨ ਕਰੰਸੀ ਦੇ ਰਿਜ਼ਰਵ, ਠੀਕ ਹੈ। ਸੋ ਇਹ ਚੀਜ਼ ਯਾਦ ਰੱਖਣੀ ਹੈ। ਉਸ ਤੋਂ ਬਾਅਦ ਨੈਕਸਟ ਸਾਡਾ ਆ ਜਾਂਦਾ ਹੈ ਓਵਰਸਾਈਟ ਆਫ ਪੇਮੈਂਟ ਸੈਟਲਮੈਂਟ ਸਿਸਟਮ। ਓਵਰਸਾਈਟ ਹੁੰਦਾ ਕਿਸੇ ਚੀਜ਼ ਦੇ ਉੱਪਰ ਨਿਗਰਾਨੀ ਰੱਖਣੀ। ਹੁਣ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਕਿੰਨੇ ਪੇਮੈਂਟ ਸੈਟਲਮੈਂਟ ਸਿਸਟਮ ਆ ਗਏ ਨੇ, UPI ਵਗੈਰਾ ਆ ਗਿਆ, ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਨੇ। ਅਤੇ ਇਸ ਚੀਜ਼ ਨੂੰ ਦੇਖਣਾ ਦੈਟ ਇਜ਼ ਦਾ ਵਰਕ ਆਫ RBI ਜੋ ਹੈ ਉਹਦੇ ਕੋਲ ਪਾਵਰ ਹੁੰਦੀ ਹੈ to disclose any information to any person of which is considered necessary for protecting the payment system in public interest। ਅਗਰ ਕੋਈ RBI ਨੂੰ ਲੱਗਦਾ ਹੈ ਕਿ ਕਿਸੇ ਪਰਸਨ ਦੀ ਜੋ ਇਨਫੋਰਮੇਸ਼ਨ ਹੈ, ਠੀਕ ਹੈ, ਅਗਰ ਉਹ ਪਬਲਿਕ ਇੰਟਰਸਟ 'ਚ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਗਰ ਉਸਨੂੰ ਡਿਸਕਲੋਜ਼ ਕਰਨਾ ਪੈਂਦਾ ਹੈ ਤਾਂ RBI ਉਹ ਵੀ ਕਰ ਸਕਦੀ ਹੈ, ਠੀਕ ਹੈ। RBI ਜੋ ਹੈ, ਜੋ ਸਾਡਾ ਪੇਮੈਂਟ ਸਿਸਟਮ ਹੈ ਕੰਟਰੀ ਦਾ, ਉਸਨੂੰ ਕੀ ਕਰਦੀ ਹੈ, ਰੈਗੂਲੇਟ ਕਰਦੀ ਹੈ ਤਾਂ ਕਿ ਸੇਫ ਰਵੇ, ਸਿਕਿਉਰ ਰਵੇ, ਅਤੇ ਅਸੀਂ ਐਫੀਸ਼ੀਐਂਟ ਪੇਮੈਂਟ ਕਰ ਸਕੀਏ, ਇਫੈਕਟਿਵਲੀ ਪੇਮੈਂਟਸ ਕਰ ਸਕੀਏ, ਠੀਕ ਹੈ। ਔਰ ਅਗਰ ਕਿਸੇ ਨੂੰ ਵੀ ਕੋਈ ਗ੍ਰੀਵੈਂਸਿਸ ਹੁੰਦਾ, ਕੋਈ ਪ੍ਰੋਬਲਮ ਹੁੰਦਾ, ਉਸਨੂੰ ਵੀ ਰੀਐਡਰੈਸ ਕਰਨਾ, ਉਸਨੂੰ ਵੀ ਧਿਆਨ ਦੇ ਵਿੱਚ ਰੱਖਣਾ ਅਤੇ ਸੋਲਵ ਕਰਨਾ, ਉਹ ਵੀ ਕਿਸ ਦਾ ਕੰਮ ਹੁੰਦਾ ਹੈ, RBI ਦਾ ਕੰਮ ਹੁੰਦਾ ਹੈ, ਠੀਕ ਹੈ। ਹੁਣ ਗੱਲ ਕਰਦੇ ਹਾਂ ਰੈਗੂਲੇਟਰ ਆਫ ਫਾਈਨੈਂਸ਼ੀਅਲ ਸਿਸਟਮ ਦੀ। ਜਸਟ ਅ ਮੋਮੈਂਟ। ਹੁਣ ਪੂਰਾ ਜੋ ਸਾਡਾ ਫਾਈਨੈਂਸ਼ੀਅਲ ਸਿਸਟਮ ਹੈ ਉਸ ਨੂੰ ਰੈਗੂਲੇਟ ਕਰਨਾ, ਠੀਕ ਹੈ, ਜਿਸ ਦੇ ਵਿੱਚ ਸਾਰਾ ਪੈਸੇ ਦਾ ਲੈਣ ਦੇਣ ਹੁੰਦਾ, ਉਸਨੂੰ ਕੌਣ ਵੇਖਦਾ ਹੈ, RBI ਵੇਖਦੀ ਹੈ। ਕਿਉਂਕਿ ਤਾਂ ਕਿ ਲੋਕਾਂ ਦਾ ਪਬਲਿਕ ਟਰਸਟ ਜੋ ਹੈ ਉਹ ਬਣਾ ਰਵੇ ਅਤੇ ਹਰ ਕੰਮ ਸਾਊਂਡ ਤਰੀਕੇ ਨਾਲ ਹੁੰਦਾ ਰਵੇ, ਠੀਕ ਹੈ, ਅਤੇ ਐਫੀਸ਼ੈਂਸੀ ਰਵੇ ਕੰਮ 'ਚ, ਠੀਕ ਹੈ। ਔਰ ਕੰਟਰੀ ਦੇ ਵਿੱਚ ਜੋ ਬੈਂਕਿੰਗ ਆਪਰੇਸ਼ਨਸ ਹੈ ਉਹ ਕਿੱਦਾਂ ਹੋਣੇ ਚਾਹੀਦੇ ਹੈ, ਉਸ ਨੂੰ ਲੈ ਕੇ ਜੋ ਸਾਰੇ ਪੈਰਾਮੀਟਰਸ ਹੈ, ਜੋ ਰੂਲਸ ਹੈ, ਠੀਕ ਹੈ, ਉਹ ਵੀ ਕੌਣ ਪ੍ਰੈਸਕ੍ਰਾਈਬ ਕਰਦਾ ਹੈ, ਕੌਣ ਦੱਸਦਾ ਹੈ, ਸਾਡਾ RBI ਦੱਸਦਾ ਹੈ, ਠੀਕ ਹੈ। ਉਸ ਤੋਂ ਇਲਾਵਾ ਬੈਂਕਿੰਗ ਓਬਰਟਸਮੈਨ ਸਕੀਮ ਵਾਸ ਫਾਰਮੂਲੇਟਿਡ ਫॉर ਰਿਡਰੈਸਲ ਆਫ ਦ ਕੰਪਲੇਂਟਸ ਆਫ ਦ ਕਸਟਮਰ। ਇੱਕ ਬੈਂਕਿੰਗ ਓਬਰਟਸਮੈਨ ਸਕੀਮ ਵੀ ਲੈ ਕੇ ਆਇਆ ਸੀਗਾ RBI, ਠੀਕ ਹੈ। ਉਹ ਕਿਸ ਲਈ ਲੈ ਕੇ ਆਇਆ ਸੀ, ਉਹ ਸਪੈਸ਼ਲੀ ਇਸ ਲਈ ਸੀ ਕਿ ਕੋਈ ਵੀ ਜੋ ਕਸਟਮਰਸ ਹੈ ਉਹਨਾਂ ਨੂੰ ਕੋਈ ਕੰਪਲੇਂਟ ਹੁੰਦੀ ਹੈ, ਉਹਨਾਂ ਦੇ ਕੋਈ ਦੁੱਖ ਦਰਦ ਹੈ, ਉਸਨੂੰ ਕੌਣ ਠੀਕ ਕਰ ਸਕੇ, ਇਸ ਦੇ ਵਿੱਚ ਜੋ ਓਬਰਟਸਮੈਨ ਹੁੰਦਾ ਉਹ, ਠੀਕ ਹੈ। ਸੋ ਉਸ ਤੋਂ ਬਾਅਦ ਨੈਕਸਟ ਆ ਗਿਆ ਤੁਹਾਡਾ ਲੈਂਡਰ ਆਫ ਦੀ ਲਾਸਟ ਰਿਜ਼ੋਰਟ। ਦੇਖੋ, ਲੈਂਡਰ ਆਫ ਦੀ ਲਾਸਟ ਰਿਜ਼ੋਰਟ ਦਾ ਮਤਲਬ ਕੀ ਹੈ। ਹੁਣ ਲਾਸਟ ਰਿਜ਼ੋਰਟ ਮਤਲਬ ਲਾਈਕ ਅਗਰ ਤੁਹਾਨੂੰ ਕਿਸੇ ਤੋਂ ਪੈਸੇ ਲੈਣੇ ਆ, ਮੰਨ ਲਓ ਤੁਸੀਂ 10 ਜਗ੍ਹਾ ਜਾਏ, ਤੁਹਾਨੂੰ ਪੈਸੇ ਨਹੀਂ ਮਿਲੇ, ਬਟ ਤੁਹਾਨੂੰ ਐਟ ਦੀ ਐਂਡ ਕਿਸੇ ਇੱਕ ਬੰਦੇ ਤੋਂ ਉਮੀਦ ਹੁੰਦੀ ਹੈ ਕਿ ਹਾਂ ਇਹ ਤਾਂ ਸਾਨੂੰ ਪੈਸੇ ਦੇ ਹੀ ਦਊਗਾ, ਸੋ ਉਸ ਨੂੰ ਅਸੀਂ ਬੋਲੂਗੇ ਲਾਸਟ ਰਿਜ਼ੋਰਟ, ਠੀਕ ਹੈ। ਸੋ ਜਦੋਂ ਕਮਰਸ਼ੀਅਲ ਬੈਂਕਸ ਜਿਹੜੇ ਹੁੰਦੇ ਨੇ, ਜਦੋਂ ਉਹਨਾਂ ਦੀ ਮਨੀ ਰਿਕੁਆਇਰਮੈਂਟਸ ਪੂਰੀ ਨਹੀਂ ਹੁੰਦੀ, ਮਾਰਕੀਟ ਤੋਂ ਉਹਨਾਂ ਨੂੰ ਪੈਸਾ ਨਹੀਂ ਮਿਲਦਾ, ਤਾਂ ਉਹ ਸੈਂਟਰਲ ਬੈਂਕ ਕੋਲ ਜਾਂਦੇ ਨੇ, ਔਰ ਸੈਂਟਰਲ ਬੈਂਕ ਜੋ ਹੈ ਉਹਨਾਂ ਨੂੰ ਕੀ ਦਿੰਦਾ ਹੈ, ਲੋਨ ਪ੍ਰੋਵਾਈਡ ਕਰਦਾ ਹੈ, ਠੀਕ ਹੈ। ਸੋ ਇਹ ਕਿਉਂ ਕਰਦਾ ਹੈ, ਤਾਂ ਕਿ ਜੋ ਫਾਈਨੈਂਸ਼ੀਅਲ ਪੈਨਿਕ ਦੀ ਸਿਚੁਏਸ਼ਨ ਹੈ, ਬੈਂਕ ਜੋ ਹੈ ਉਹ ਲਾਈਕ ਬੰਦ ਨਾ ਹੋ ਜਾਵੇ, ਠੀਕ ਹੈ, ਲੋਕੀ ਉਹਦੇ 'ਚ ਫਿਰ ਆਪਣਾ ਪੈਸਾ ਨਾ ਕਢਾ ਲੈਣ, ਅਤੇ ਮਤਲਬ ਹਰ ਚੀਜ਼ ਦੇ ਉੱਪਰ ਇੰਨਾ ਜ਼ਿਆਦਾ ਇਫੈਕਟ ਪੈਂਦਾ ਹੈ। ਤਾਂ ਇਸ ਚੀਜ਼ ਨੂੰ ਅਵੋਇਡ ਕਰਨ ਲਈ ਜੋ ਸਾਡਾ RBI ਹੈ ਉਹ ਕੀ ਕਰਦਾ ਹੈ, ਪੈਸੇ ਪ੍ਰੋਵਾਈਡ ਕਰਦਾ ਹੈ, ਠੀਕ ਹੈ। ਹੁਣ ਅਸੀਂ ਚੱਲਦੇ ਹਾਂ ਅੱਗੇ। ਇਹ ਮੋਨੀਟਰੀ ਪੋਲਿਸੀ ਦੀ ਮੈਂ ਇੱਥੇ ਡੈਫੀਨੇਸ਼ਨ ਲਿਖੀ ਹੈ, ਤਾਂ ਤੁਸੀਂ ਵੇਖ ਸਕਦੇ ਹੋ ਇੱਥੇ ਕਿ ਇਹ ਕੀ ਹੈ। ਅੱਛਾ, ਇਹ ਡਿਸਕਸ ਕਰਨ ਤੋਂ ਪਹਿਲਾਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਸਾਡਾ ਵਰਲਡ ਬੈਂਕ ਹੈ ਔਰ IMF ਹੈ, ਵਰਲਡ ਬੈਂਕ ਬਾਰੇ ਆਈ ਹੋਪ ਤੁਸੀਂ ਸੁਣਿਆ ਹੋਇਆ ਹੋਊਗਾ, IMF ਇੰਟਰਨੈਸ਼ਨਲ ਮੋਨੀਟਰੀ ਫੰਡ, ਠੀਕ ਹੈ। ਇਹਨਾਂ ਦੇ ਵਿੱਚ ਜੋ ਰਿਪਰੈਜ਼ੈਂਟੇਸ਼ਨ ਹੁੰਦੀ ਹੈ, ਇੱਥੇ ਮਤਲਬ ਲਾਈਕ ਮੈਂ ਪੁਆਇੰਟ ਨਹੀਂ ਦਿੱਤਾ ਸੀ ਤਾਂ ਕਰਕੇ ਐਕਸਟਰਾ ਪੁਆਇੰਟ ਹੈ, ਮੈਂ ਤੁਹਾਨੂੰ ਦੱਸ ਰਹੀ ਹਾਂ, ਠੀਕ ਹੈ। ਸੋ ਵਰਲਡ ਬੈਂਕ ਔਰ IMF ਦੇ ਵਿੱਚ ਜੋ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਇੰਡੀਅਨ ਗਵਰਨਮੈਂਟ ਦੀ, ਉਹ ਕੌਣ ਕਰਦਾ ਹੈ, ਉਹ RBI ਕਰਦਾ ਹੈ, ਠੀਕ ਹੈ। ਉਸ ਤੋਂ ਇਲਾਵਾ
ਇੱਕ ਚੀਜ਼ ਹੋਰ ਯਾਦ ਰੱਖਿਓ ਤੁਸੀਂ ਕਿ ਜੋ ਗਵਰਨਰ ਹੁੰਦਾ ਹੈ RBI ਦਾ, ਠੀਕ ਹੈ, ਉਹ ਚੀਫ ਐਗਜ਼ੈਕਟਿਵ ਆਫਿਸਰ ਹੁੰਦਾ ਹੈ ਸੈਂਟਰਲ ਬੈਂਕ ਆਫ ਇੰਡੀਆ ਦਾ, ਠੀਕ ਹੈ। ਉਸ ਤੋਂ ਇਲਾਵਾ ਔਰ ਐਕਸ ਆਫੀਸ਼ੀਓ ਚੇਅਰਮੈਨ ਵੀ ਹੁੰਦਾ ਹੈ ਸੈਂਟਰਲ ਬੋਰਡ ਆਫ ਡਾਇਰੈਕਟਰਸ ਦਾ। ਸੋ ਇਹ ਚੀਜ਼ ਵੀ ਤੁਸੀਂ ਕੀ ਹੈ ਯਾਦ ਰੱਖਣੀ ਹੈ। ਇਹ ਵੀ ਮਤਲਬ ਲਾਈਕ ਇਹ ਜਿਹੜੀ ਮੈਂ ਗੱਲ ਦੱਸੀ ਸੀ ਨਾ ਨਾਲੇ ਕਿ ਬੈਂਕਰਸ ਟੂ ਸਟੇਟ ਐਂਡ ਸੈਂਟਰਲ ਗਵਰਨਮੈਂਟ ਔਰ ਵਰਲਡ ਬੈਂਕ ਔਰ IMF ਦੇ ਵਿੱਚ ਜੋ ਰਿਪਰੈਜ਼ੈਂਟੇਸ਼ਨ ਹੈ ਗਵਰਨਮੈਂਟ ਆਫ ਇੰਡੀਆ ਦੀ, ਦੈਟ ਇਜ਼ ਡਨ ਬਾਈ ਦਾ RBI। ਇਹ ਵੀ ਇੱਕ RBI ਦਾ ਕੀ ਹੈ ਫੰਕਸ਼ਨ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਇੱਕ ਚੀਜ਼ ਹੋਰ ਤਾਂ ਕੁਛ ਨਹੀਂ ਰਹਿ ਗਿਆ, ਲੈਟ ਮੀ ਜਸਟ ਚੈੱਕ। ਹਾਂਜੀ, ਇੱਕ ਮੈਂ ਤੁਹਾਨੂੰ ਨਾ ਪਿੱਛੇ ਪੁਆਇੰਟ ਦੱਸਿਆ ਸੀਗਾ ਇੱਥੇ ਇਹ ਵਾਲਾ ਫੋਰਨ ਐਕਸਚੇਂਜ ਰਿਜ਼ਰਵ। ਤਾਂ ਅਗਰ ਤੁਹਾਨੂੰ ਕੋਈ ਪੁੱਛ ਲਵੇਗੀ ਕਿਹੜੀ ਕੰਟਰੀ ਜਿਹੜੀ ਹੈਗੀ ਹੈ ਉਸ ਕੋਲ ਸਭ ਤੋਂ ਜ਼ਿਆਦਾ ਫੋਰਨ ਐਕਸਚੇਂਜ ਰਿਜ਼ਰਵ ਨੇ, ਸੋ ਮੈਂ ਹੁਣ ਦੇ ਅਕੋਰਡਿੰਗਲੀ ਦੱਸ ਰਹੀ ਹਾਂ, ਦੈਟ ਇਜ਼ ਚਾਈਨਾ। ਉਹ ਇਹ ਜਿਹੜਾ ਨੰਬਰ ਹੈ ਇਹ ਚੇਂਜ ਵੀ ਹੋ ਸਕਦਾ ਆਉਣ ਵਾਲੇ ਟਾਈਮ 'ਚ, ਫਲਕਚੁਏਟ ਕਰਦਾ ਰਹਿੰਦਾ। ਸੋ ਚਾਈਨਾ ਹੁਣ ਹੈ ਅਤੇ ਇਹ ਤੁਸੀਂ ਯਾਦ ਰੱਖਿਓ। ਅਤੇ ਬਾਕੀ ਹਾਂ, ਜੋ ਕੁਛ ਕੈਸ਼ ਰਿਜ਼ਰਵਸ ਹੁੰਦੇ ਨੇ ਕਮਰਸ਼ੀਅਲ ਬੈਂਕ ਦੇ, ਜੋ ਕਮਰਸ਼ੀਅਲ ਬੈਂਕ ਹੈ ਉਹਨਾਂ ਦਾ ਜੋ ਕੈਸ਼ ਹੁੰਦਾ ਹੈ ਕੁਛ, ਉਹ ਬੈਂਕਸ ਨੂੰ RBI ਕੋਲ ਰੱਖਣਾ ਪੈਂਦਾ ਹੈ। ਇਹ ਅਸੀਂ ਪੜ੍ਹਾਂਗੇ, ਇਸ ਨੂੰ ਬੋਲਦੇ ਹਾਂ CRR। ਡੋਂਟ ਵਰੀ, ਬਹੁਤ ਲਾਈਕ ਤੁਹਾਡੇ ਲਈ ਨਿਊ ਟਰਮਸ ਹੋਣਗੀਆਂ ਬਟ ਬਹੁਤ ਹੀ ਜ਼ਿਆਦਾ ਈਜ਼ੀ ਨੇ ਔਰ ਇੰਪੋਰਟੈਂਟ ਵੀ ਨੇ, ਠੀਕ ਹੈ। ਤਾਂ ਜੋ ਬੈਂਕ ਆਪਣਾ ਪੈਸਾ RBI ਕੋਲ ਰੱਖਦੇ ਨੇ, ਆਪਣਾ ਜੋ ਕੈਸ਼ ਰਿਜ਼ਰਵ RBI ਕੋਲ ਰੱਖਦੇ ਨੇ, ਉਸ ਦਾ ਕਸਟੋਡੀਅਨ ਵੀ ਕੌਣ ਹੁੰਦਾ ਹੈ RBI। ਉਸ ਦੀ ਵੀ ਦੇਖ ਰੇਖ ਕੌਣ ਕਰਦਾ ਹੈ RBI ਕਰਦਾ ਹੈ, ਠੀਕ ਹੈ। ਸੋ ਦੈਟਸ ਆਲ ਅਬਾਊਟ ਦੀ ਫੰਕਸ਼ਨਸ ਆਫ RBI। ਸੋ ਲੈਟਸ ਮੂਵ ਫਰਦਰ। ਨੈਕਸਟ ਹੈ ਕਿ ਮੋਨੀਟਰੀ ਪੋਲਿਸੀ ਕੀ ਹੁੰਦੀ ਹੈ। ਇਹ ਅਸੀਂ ਪੜ੍ਹ ਲਿਆ ਸੀਗਾ, ਮੈਂ ਤੁਹਾਨੂੰ ਦੱਸਤਾ ਸੀਗਾ, ਬਟ ਇੱਥੇ ਮੈਂ ਡੈਫੀਨੇਸ਼ਨ ਪੜ੍ਹ ਦਿੰਦੀ ਹਾਂ ਕਿ ਇਹ ਸੈੱਟ ਆਫ ਟੂਲਸ ਹੈ, ਕੁਛ ਟੂਲਸ ਹੈ, ਕੁਛ ਟੂਲਸ ਦਾ ਸੈੱਟ ਹੈ ਕਿ ਜੋ ਕਿ ਕੰਟਰੀ ਦੇ ਸੈਂਟਰਲ ਬੈਂਕ ਜਿਹੜਾ ਹੈਗਾ ਉਹ ਲਾਈਕ ਯੂਜ਼ ਕਰਦਾ ਹੈ ਤਾਂ ਕਿ ਉਹ ਪ੍ਰਮੋਟ ਕਰ ਸਕੇ ਸਸਟੇਨੇਬਲ ਇਕਨੋਮਿਕ ਗਰੋਥ, ਕਿ ਕੰਟਰੀ 'ਚ ਇਕਨੋਮਿਕ ਗਰੋਥ ਜੋ ਹੈ ਉਹ ਕੀ ਹੈ ਹੁੰਦੀ ਰਵੇ। ਔਰ ਉਸ ਤੋਂ ਇਲਾਵਾ ਸਪਲਾਈ ਜੋ ਹੈ ਫਲੋ ਆਫ ਮਨੀ ਦੀ ਉਹ ਵੀ ਕੀ ਰਵੇ ਕੰਟਰੋਲ ਦੇ ਵਿੱਚ ਰਵੇ। ਦੈਨ ਉਸ ਤੋਂ ਇਲਾਵਾ ਇੱਕ ਸੈਕਿੰਡ, ਉਸ ਤੋਂ ਇਲਾਵਾ ਜੋ ਪ੍ਰਾਈਸ ਸਟੈਬਿਲਿਟੀ ਹੈ ਉਹ ਵੀ ਰਵੇ, ਠੀਕ ਹੈ। ਸੋ ਇਹ ਤੁਹਾਡਾ ਸੀਗਾ ਮੋਨੀਟਰੀ ਪੋਲਿਸੀ ਬਾਰੇ। ਸੋ ਹੁਣ ਅਸੀਂ ਗੱਲ ਕਰਾਂਗੇ ਕਿ ਮੋਨੀਟਰੀ ਪੋਲਿਸੀਜ਼ ਦੇ ਟੂਲਸ ਕੀ ਨੇ, ਠੀਕ ਹੈ। ਦੇਖੋ ਕੁਛ ਮੋਨੀਟਰੀ ਪੋਲਿਸੀ ਨੂੰ ਡਿਸਾਈਡ ਕਰਨ ਲਈ RBI ਜੋ ਹੈ ਕੁਛ ਟੂਲਸ ਦਾ ਯੂਜ਼ ਕਰਦੀ ਹੈ, ਠੀਕ ਹੈ। ਇਹ ਟੂਲਸ ਹੁੰਦੇ ਨੇ ਕਿ ਅਗਰ ਮੰਨ ਲਓ ਕਿ ਮਾਰਕੀਟ ਦੇ ਵਿੱਚ ਪੈਸੇ ਨੂੰ ਇੰਜੈਕਟ ਕਰਨਾ ਹੈ, ਪੈਸਾ ਭੇਜਣਾ ਹੈ ਜਾਂ ਪੈਸੇ ਨੂੰ ਅਬਜ਼ਰਵ ਕਰਨਾ ਹੈ, ਵਾਪਿਸ ਲੈ ਕੇ ਆਉਣਾ ਹੈ ਮਾਰਕੀਟ ਤੋਂ ਮਨੀ ਨੂੰ, ਠੀਕ ਹੈ, ਇਕੋਨਮੀ ਦੇ ਵਿੱਚੋਂ ਮਨੀ ਨੂੰ, ਤਾਂ ਉਸ ਲਈ ਕੁਛ ਟੂਲਸ ਦਾ ਯੂਜ਼ ਕਰਿਆ ਜਾਂਦਾ ਹੈ, ਕੁਛ ਮੋਨੀਟਰੀ ਟੂਲਸ ਦਾ, ਠੀਕ ਹੈ। ਤਾਂ ਇਹ ਜਿਹੜੇ ਟੂਲਸ ਨੇ ਇਹ ਕਿਹੜੇ ਕਿਹੜੇ ਟੂਲਸ ਨੇ, ਇੱਕ ਤਾਂ ਹੈਗਾ ਤੁਹਾਡਾ ਕੁਆਂਟੀਟੇਟਿਵ ਟੂਲਸ ਔਰ ਇੱਕ ਤੁਹਾਡਾ ਹੈਗਾ ਕੁਆਲੀਟੇਟਿਵ ਟੂਲਸ, ਠੀਕ ਹੈ। ਹੁਣ ਦੇਖੋ ਕੁਆਂਟੀਟੇਟਿਵ ਟੂਲਸ ਜੋ ਨੇ ਉਹ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਇਹ ਕੁਆਂਟਿਟੀ ਦੀ ਗੱਲ ਕਰ ਰਹੇ ਹਾਂ, ਨੰਬਰ ਦੀ ਗੱਲ ਕਰ ਰਹੇ ਹਾਂ। ਇਹਨਾਂ ਨੂੰ ਅਸੀਂ ਜਨਰਲ ਟੂਲਸ ਵੀ ਬੋਲਦੇ ਨੇ, ਇਹਨਾਂ ਨੂੰ ਅਸੀਂ ਇਨਡਾਇਰੈਕਟ ਟੂਲਸ ਵੀ ਬੋਲ ਦਿੰਦੇ ਨੇ, ਠੀਕ ਹੈ। ਔਰ ਤੁਹਾਡਾ ਇਹ ਜਿਹੜੇ ਕੁਆਂਟੀਟੇਟਿਵ ਟੂਲਸ ਨੇ ਇਹ ਜਨਰਲ ਇਹਨਾਂ ਨੂੰ ਇਸ ਕਰਕੇ ਬੋਲਦੇ ਨੇ ਬਿਕੋਜ਼ ਇਹ ਜੋ ਹੈਗੇ ਹੈ ਉਹ ਹਰ ਬੈਂਕ ਦੇ ਉੱਪਰ ਕੀ ਹੁੰਦੇ ਨੇ ਅਪਲਾਈ ਹੁੰਦੇ ਨੇ, ਠੀਕ ਹੈ। ਸੋ ਮੈਂ ਇੱਥੇ ਲਿਖ ਦਿੰਦੀ ਹਾਂ, ਇਹਨਾਂ ਨੂੰ ਅਸੀਂ ਜੋ ਕੁਆਂਟੀਟੇਟਿਵਸ ਹੈ ਇਹਨਾਂ ਨੂੰ ਅਸੀਂ ਜਨਰਲ ਟੂਲਸ ਜਾਂ ਜਨਰਲ ਮੇਜਰਸ ਵੀ ਬੋਲ ਦਿੰਦੇ ਨੇ, GENERAL, ਠੀਕ ਹੈ। ਜਨਰਲਸ ਟੂਲਸ ਬੋਲ ਦਿੰਦੇ ਨੇ ਜਾਂ ਕੀ ਬੋਲ ਦਿੰਦੇ ਨੇ ਤੁਹਾਡੇ ਇਨਡਾਇਰੈਕਟ ਟੂਲਸ। ਇਨਡਾਇਰੈਕਟ ਵੀ ਕਿਉਂ ਬੋਲਦੇ ਨੇ ਉਹ ਵੀ ਮੈਂ ਤੁਹਾਨੂੰ ਦੱਸਦੀ ਅੱਗੇ, ਤੁਹਾਨੂੰ ਪਤਾ ਲੱਗ ਜਾਊਗਾ, ਠੀਕ ਹੈ। ਇਨਡਾਇਰੈਕਟ ਟੂਲਸ ਇਹ ਤੁਹਾਡੇ ਨੇ ਕੁਆਂਟੀਟੇਟਿਵ ਟੂਲਸ, ਠੀਕ ਹੈ। ਹੁਣ ਦੇਖੋ ਕਿਉਂਕਿ ਇਹ ਜਿਹੜੇ ਟੂਲਸ ਨੇ ਇਹ ਪੂਰੀ ਇੰਟਾਇਰ ਇਕੋਨਮੀ 'ਤੇ ਇਫੈਕਟ ਪਾਉਂਦੇ ਨੇ, ਠੀਕ ਹੈ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਿਆ ਜਾਂਦਾ ਇਹਦੇ ਵਿੱਚ, ਠੀਕ ਹੈ। ਦੈਨ ਉਸ ਤੋਂ ਬਾਅਦ ਅੱਗੇ ਤੁਹਾਡੇ ਕੁਆਲੀਟੇਟਿਵ ਟੂਲਸ, ਇਹ ਸਿਲੈਕਟਿਵ ਟੂਲਸ ਹੁੰਦੇ ਨੇ। ਸਿਲੈਕਟਿਵ ਟੂਲਸ ਮਤਲਬ ਕਿ ਇਹਨਾਂ ਨੂੰ ਅਸੀਂ ਡਾਇਰੈਕਟ ਟੂਲਸ ਵੀ ਬੋਲ ਦਿੰਦੇ ਨੇ, ਇਹਨਾਂ ਨੂੰ ਅਸੀਂ ਕੀ ਬੋਲ ਦਿੰਦੇ ਨੇ ਡਾਇਰੈਕਟ
ਟੂਲਸ, ਠੀਕ ਹੈ। ਇਹ ਜੋ ਨੇ ਸਪੈਸੀਫਿਕ ਸੈਕਟਰ ਨੂੰ ਹੀ ਟਾਰਗੇਟ ਕਰਦੇ ਨੇ, ਠੀਕ ਹੈ। ਕਿਸੇ ਇੱਕ ਸੈਕਟਰ 'ਤੇ ਲਗਾਉਣਾ ਹੋਵੇ, ਕਿਸੇ ਇੱਕ ਪਰਟੀਕੂਲਰ ਬੈਂਕ 'ਤੇ ਲਗਾਉਣਾ ਹੋਵੇ, ਸੋ ਉੱਥੇ ਇਹ ਕੀ ਨੇ, ਕੰਮ ਆਉਂਦੇ ਨੇ, ਠੀਕ ਹੈ। ਸੋ ਇਹ ਚੀਜ਼ ਤੁਹਾਨੂੰ ਪਤਾ ਲੱਗ ਹੀ ਹੋਊਗੀ। ਅਤੇ ਉਸ ਤੋਂ ਬਾਅਦ ਕੁਆਂਟੀਟੇਟਿਵ ਟੂਲਸ ਜਿਹੜੇ ਹੈਗੇ ਹੈ, ਇਹਨਾਂ ਨੂੰ ਯੂਜ਼ ਕਰਿਆ ਜਾਂਦਾ ਹੈ ਕਿ ਮਨੀ ਦੀ ਸਪਲਾਈ ਨੂੰ ਇਨਕਰੀਜ਼ ਜਾਂ ਡਿਕਰੀਜ਼ ਕਰਨਾ, ਠੀਕ ਹੈ। ਪ੍ਰਾਈਸ ਸਟੈਬਿਲਿਟੀ ਨੂੰ ਮੇਨਟੇਨ ਕਰਨਾ, ਠੀਕ ਹੈ। ਔਰ ਇਸ ਦੇ ਵਿੱਚ ਇਹ ਟੂਲਸ ਯੂਜ਼ ਕਰੇ ਜਾਂਦੇ ਨੇ। ਔਰ ਜੋ ਤੁਹਾਡੇ ਇਹ ਕੁਆਲੀਟੇਟਿਵ ਟੂਲਸ ਨੇ, ਇਹ ਤੁਹਾਡੇ ਜੋ ਅਮਾਊਂਟ ਆਫ ਮਨੀ ਹੈ ਇਕੋਨਮੀ 'ਚ, ਉਸਨੂੰ ਇਨਕਰੀਜ਼ ਡਿਕਰੀਜ਼ ਨਹੀਂ ਕਰਦੇ, ਬਟ ਯੈਸ ਉਹ ਇਨਫਲੂਐਂਸ ਜ਼ਰੂਰ ਕਰ ਸਕਦੇ ਨੇ ਡਾਇਰੈਕਸ਼ਨ ਆਫ ਮਨੀ ਐਂਡ ਕ੍ਰੈਡਿਟ ਨੂੰ, ਕਿ ਪੈਸਾ ਕਿਸ ਦੇ ਕੋਲ ਜਾ ਰਿਹਾ, ਕਿਸ ਕੋਲ ਜਾਣਾ ਚਾਹੀਦਾ, ਇਸ ਚੀਜ਼ ਨੂੰ ਇਨਫਲੂਐਂਸ ਕਰਨਾ ਉਹ ਕੌਣ ਕਰਦਾ ਹੈ, ਕੁਆਲੀਟੇਟਿਵ ਟੂਲਸ ਕਰਦੇ ਨੇ, ਠੀਕ ਹੈ। ਕੁਆਂਟੀਟੇਟਿਵ ਟੂਲਸ ਨਹੀਂ ਕਰਦੇ, ਇਹ ਚੀਜ਼ ਤੁਸੀਂ ਯਾਦ ਰੱਖਿਓ, ਠੀਕ ਹੈ। ਦੈਨ ਹੁਣ ਅਸੀਂ ਗੱਲ ਕਰਦੇ ਹਾਂ, ਜਸਟ ਅ ਸੈਕਿੰਡ, ਹੁਣ ਅਸੀਂ ਅੱਗੇ ਚੱਲਦੇ ਹਾਂ। ਹਾਂਜੀ, ਹੁਣ ਸਭ ਤੋਂ ਪਹਿਲਾਂ ਸਾਡਾ ਆ ਗਿਆ ਕੁਆਂਟੀਟੇਟਿਵ ਟੂਲਸ ਆਫ ਦਾ ਮੋਨੇਟਰੀ ਪੋਲਿਸੀ। ਅਸੀਂ ਵੇਖਦੇ ਹਾਂ ਕਿ ਕੀ ਟੂਲਸ ਨੇ। ਦੇਖੋ, ਕੁਆਂਟੀਟੇਟਿਵ ਟੂਲਸ 'ਚ ਸਭ ਤੋਂ ਪਹਿਲਾਂ ਆ ਗਏ ਰਿਜ਼ਰਵ ਰੇਸ਼ੀਓਜ਼। ਇਸ ਦੇ ਵਿੱਚ ਅਸੀਂ ਗੱਲ ਕਰਾਂਗੇ CRR ਬਾਰੇ, SLR ਬਾਰੇ। ਡੋਂਟ ਵਰੀ, ਇਹ ਬਹੁਤ ਜ਼ਿਆਦਾ ਈਜ਼ੀ ਨੇ। ਦੈਨ ਉਸ ਤੋਂ ਬਾਅਦ ਆ ਗਿਆ ਲਿਕੁਇਡਿਟੀ ਐਡਜਸਟਮੈਂਟ ਫੈਸਿਲਿਟੀ, ਠੀਕ ਹੈ। ਇਸ ਦੇ ਵਿੱਚ ਕੀ ਹੈ, ਤੁਹਾਡਾ ਰੈਪੋ ਰੇਟ ਬਾਰੇ ਗੱਲ ਕਰਾਂਗੇ ਅਸੀਂ, ਰਿਵਰਸ ਰੈਪੋ ਰੇਟ ਬਾਰੇ ਗੱਲ ਕਰਾਂਗੇ, MSF ਬਾਰੇ ਗੱਲ ਕਰਾਂਗੇ, ਮਾਰਜਨਲ ਸਟੈਂਡਿੰਗ ਫੈਸਿਲਿਟੀ ਜਿਸ ਨੂੰ ਬੋਲਦੇ ਹੈ। ਦੈਨ ਅਸੀਂ ਫਾਈਨਲੀ ਗੱਲ ਕਰਾਂਗੇ ਓਪਨ ਮਾਰਕੀਟ ਆਪਰੇਸ਼ਨਸ ਬਾਰੇ, ਠੀਕ ਹੈ। ਅਤੇ ਹੁਣ ਸਭ ਤੋਂ ਪਹਿਲਾਂ ਅੱਜ ਅਸੀਂ ਗੱਲ ਕਰਦੇ ਹਾਂ, ਹੁਣ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਰਿਜ਼ਰਵ ਰੇਸ਼ੀਓ CRR ਐਂਡ SLR ਬਾਰੇ। ਹੁਣ ਦੇਖੋ, ਹਾਂਜੀ, CRR ਕੀ ਹੁੰਦਾ ਹੈ, ਦੇਖੋ, ਇੱਕ ਸੈਕਿੰਡ, ਇਹ ਜੋ ਚੀਜ਼ ਸਲਾਈਡਸ 'ਚ ਲਿਖੀ ਹੋਈ ਹੈ, ਇਹਨੂੰ ਪਹਿਲਾਂ ਅਸੀਂ ਬਾਅਦ 'ਚ ਦੇਖਾਂਗੇ। ਪਹਿਲਾਂ ਅਸੀਂ ਸਮਝਦੇ ਹਾਂ ਕਿ ਕੀ ਹੈ। ਅਗਰ ਸਮਝ ਆ ਗਿਆ ਦੈਨ ਇਹ ਲਾਈਨਸ ਤਾਂ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਣਗੀਆਂ, ਠੀਕ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ CRR ਕੀ ਹੁੰਦਾ ਹੈ। ਦੇਖੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਲਾਈਕ ਜੋ ਬੈਂਕ ਹੁੰਦੇ ਨੇ, ਠੀਕ ਹੈ। ਪਹਿਲਾਂ ਇੱਥੇ ਵਰਡ ਆ ਰਿਹਾ ਕੈਸ਼। ਕੈਸ਼ ਤੁਹਾਨੂੰ ਪਤਾ ਹੈ ਕੀ ਹੁੰਦਾ ਹੈ। ਰਿਜ਼ਰਵ ਦਾ ਮਤਲਬ ਕੀ ਹੁੰਦਾ ਹੈ, ਰੱਖਣਾ। ਕੈਸ਼ ਰਿਜ਼ਰਵ ਰੱਖਣਾ, ਕਿਹਦੇ ਕੋਲ ਰੱਖਣਾ। ਦੇਖੋ, ਹੁਣ ਕੀ ਹੁੰਦਾ ਹੈ, ਕੋਈ ਵੀ ਜੋ ਬੈਂਕ ਹੈ, ਜਿਵੇਂ ਕਿ ਅਸੀਂ ਐਗਜ਼ਾਮਪਲ ਲੈਂਦੇ ਹਾਂ, ਮੰਨ ਲਓ ਕਿ ਸਟੇਟ ਬੈਂਕ ਆਫ ਇੰਡੀਆ। ਸਟੇਟ ਬੈਂਕ ਆਫ ਇੰਡੀਆ ਜੋ ਹੈ, ਉਸ ਨੂੰ ਨਾ ਆਪਣਾ ਕੁਛ ਪੈਸਾ, ਕੁਛ ਮਨੀ ਜੋ ਹੈ ਉਹ RBI ਕੋਲ ਪਾਰਕ ਕਰਨੀ ਪੈਂਦੀ ਹੈ, RBI ਕੋਲ ਰੱਖਣੀ ਪੈਂਦੀ ਹੈ, ਠੀਕ ਹੈ। ਔਰ ਇਹ ਚੀਜ਼ ਕਿੱਥੇ ਲਿਖੀ ਹੋਈ ਹੈ ਕਿ ਰੱਖਣੀ ਪੈਂਦੀ ਹੈ, ਦੈਟ ਇਜ਼ ਮੈਂਡੇਟਡ ਅੰਡਰ RBI ਐਕਟ 1934। 1934 ਐਕਟ ਦੇ ਵਿੱਚ ਇੱਦਾਂ ਲਿਖਿਆ ਹੋਇਆ ਹੈ, ਠੀਕ ਹੈ। ਸੋ ਇਟ ਇਜ਼ ਮਸਟ। ਹੁਣ ਕੀ ਹੈ ਕਿ ਕੋਈ ਵੀ ਬੈਂਕ ਹੈ, SBI ਹੈ, ਮੰਨ ਲਓ ਕਿ ਉਸਨੇ ਆਪਣਾ ਜੋ ਮਨੀ ਹੈ ਉਹ RBI ਕੋਲ ਰੱਖਿਆ ਹੈ, ਰਿਜ਼ਰਵ ਜੋ ਮਨੀ ਉਸ ਕੋਲ ਰੱਖਿਆ ਹੈ, ਠੀਕ ਹੈ। ਉਸੇ ਨੂੰ ਬੋਲਦੇ ਆ ਕੈਸ਼ ਰਿਜ਼ਰਵ, ਠੀਕ ਹੈ। ਹੁਣ ਦੇਖੋ, ਮੰਨ ਲਓ ਕਿ SBI ਆਪਣਾ ਜਿਹੜਾ ਪੈਸਾ ਹੈ ਕੁਛ ਕਿੰਨਾ ਹੈ, ਉਹ ਵੀ ਮੈਂ ਦੱਸਦੀ ਹਾਂ ਕੀ ਹੁੰਦਾ ਹੈ, ਕਿਵੇਂ ਡਿਸਾਈਡ ਕੀਤਾ ਜਾਂਦਾ ਕਿ ਕਿੰਨਾ ਪੈਸਾ ਰੱਖੋਗੇ ਅਤੇ ਕਿਹਦੇ ਵਿੱਚੋਂ ਰੱਖਣਾ ਹੈ ਪੈਸਾ, ਕਿ ਕਿੱਥੋਂ ਮਤਲਬ ਚੱਕ ਕੇ ਰੱਖਣਾ ਹੈ ਪੈਸਾ। ਦੇਖੋ, ਮੰਨ ਲਓ ਕਿ SBI ਹੈ, ਉਹ ਆਪਣਾ ਪੈਸਾ ਜੋ ਹੈ RBI ਕੋਲ ਰੱਖਦਾ ਹੈ, ਠੀਕ ਹੈ। ਮਤਲਬ ਕਿ ਹੁਣ ਕਿੱਥੋਂ ਰੱਖਦਾ ਹੈ, ਦੇਖੋ, ਜੋ SBI ਦੀ NDTL ਹੈ, NDTL ਮਤਲਬ ਨੈਟ ਡਿਮਾਂਡ ਐਂਡ ਟਾਈਮ ਲਾਇਬਿਲਿਟੀਜ਼। ਹੁਣ ਜਿਹਨੂੰ ਇਸ ਬਾਰੇ ਨਹੀਂ ਪਤਾ, ਉਹ ਮੇਰੀ ਪ੍ਰੀਵੀਅਸ ਵੀਡੀਓਜ਼ ਚੈੱਕ ਕਰ ਸਕਦੇ ਆ, ਉਹਦੇ ਵਿੱਚ ਮੈਂ ਚੰਗੀ ਤਰ੍ਹਾਂ ਦੱਸਿਆ ਹੋਇਆ ਕਿ NDTL ਕੀ ਹੁੰਦਾ ਹੈ। ਅਗਰ ਨਹੀਂ ਤੁਹਾਨੂੰ ਪਤਾ ਫਿਰ ਵੀ ਮੈਂ ਅੱਗੇ ਦੱਸ ਦੇਵਾਂਗੀ, ਸੋ ਡੋਂਟ ਵਰੀ, ਹਜੇ ਲਈ ਸਿਰਫ ਤੁਸੀਂ ਸੁਣੋ ਕਿ SBI ਦਾ ਜਿੰਨਾ ਵੀ NDTL ਹੈ, ਠੀਕ ਹੈ, ਉਸ NDTL ਦੀ ਕੁਛ ਪਰਸੈਂਟੇਜ ਜੋ ਹੈ ਉਹ ਤੁਹਾਡੇ ਉਸ ਬੈਂਕ ਨੂੰ ਕਿਸ ਕੋਲ ਰੱਖਣੀ ਪੈਂਦੀ ਹੈ, RBI ਕੋਲ ਰੱਖਣੀ ਪੈਂਦੀ ਹੈ। ਹੁਣ ਇਹ ਪਰਸੈਂਟੇਜ ਅਗਰ ਮੈਂ 2024 ਦੀ ਗੱਲ ਕਰਾਂ ਰੀਸੈਂਟ ਕਿ ਕਿੰਨੀ ਹੈ, ਉਹ ਹੈਗੀ ਹੈ 4.5%, ਠੀਕ ਹੈ। ਇਹ ਨੰਬਰ ਚੇਂਜ ਹੁੰਦਾ ਰਹਿੰਦਾ ਹੈ। ਸੋ ਕਰੰਟ ਦੀ ਮੈਂ ਦੱਸ ਰਹੀ ਹਾਂ, ਦੈਟ ਇਜ਼ ਕਿੰਨੀ ਹੈ, CRR। ਹੁਣੇ ਮੈਂ ਇੱਥੇ ਲਿਖ ਦਿੰਦੀ ਹਾਂ ਕਿ ਹੁਣ ਜਿਹੜੀ ਇਹ ਰੇਸ਼ੋ ਹੈ CRR, ਹੁਣ ਇਹ ਜਿਹੜੀ ਤੁਹਾਡੀ ਹੈਗੀ ਹੈ ਦੈਟ ਇਜ਼, ਆਈ ਥਿੰਕ ਮੈਂ ਇਹਦਾ ਟੇਬਲ ਵੀ ਅੱਗੇ ਬਣਾਇਆ ਹੋਇਆ,
ਇਹ ਕਿੰਨੀ ਆ 4.5%। ਠੀਕ ਹੈ ਕਿ SBI ਕੋਲ ਜਿੰਨੀ ਵੀ ਨੈਟ ਡਿਮਾਂਡ ਐਂਡ ਟਾਈਮ ਲਾਇਬਿਲਿਟੀਜ਼ ਹੈ ਉਸ ਦਾ 4.5% ਜੋ ਹੈ ਉਹ RBI ਕੋਲ ਰੱਖਣਾ ਪਊਗਾ ਇਨ ਦ ਫੋਰਮ ਆਫ ਕੈਸ਼ ਦੀ ਹੀ ਫੋਰਮ 'ਚ ਰੱਖਣਾ ਪਊਗਾ। ਹੁਣ ਕੁਐਸਚਨ ਦਿਮਾਗ 'ਚ ਤੁਹਾਡੇ ਆਊਗਾ ਕਿ ਅਗਰ SBI ਇਹ ਪੈਸਾ ਜੋ ਹੈ ਉਹ RBI ਕੋਲ ਰੱਖ ਰਿਹਾ ਤਾਂ ਕੀ ਇਸਨੂੰ ਇਹਦੇ ਉੱਪਰ ਕੋਈ ਪ੍ਰੋਫਿਟ ਜਾਂ ਕੋਈ ਇੰਟਰਸਟ ਵਗੈਰਾ ਮਿਲੂਗਾ? ਸੋ CRR ਦੇ ਕੇਸ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। RBI ਕੋਲ ਅਗਰ ਉਹ ਆਪਣਾ ਪੈਸਾ ਰੱਖ ਰਿਹਾ ਤਾਂ ਉਹਦੇ ਉੱਪਰ ਜੋ ਬੈਂਕ ਹੈ ਉਸ ਨੂੰ ਕੋਈ ਵੀ ਪ੍ਰੋਫਿਟ ਜਾਂ ਇੰਟਰਸਟ ਨਹੀਂ ਮਿਲਦਾ। ਸੋ ਇਹ ਚੀਜ਼ ਵੀ ਕੀ ਹੈ ਤੁਸੀਂ ਯਾਦ ਰੱਖਣੀ ਹੈ। ਠੀਕ ਹੈ। ਅਤੇ ਇੱਕ ਚੀਜ਼ ਮੈਂ ਹੋਰ ਦੱਸ ਦੇਵਾਂ ਕਿ ਬੈਂਕ ਜਿਹੜੇ ਹੁੰਦੇ ਆ ਨਾ ਉਹਨਾਂ ਦਾ ਕਰੰਟ ਅਕਾਊਂਟ ਹੁੰਦਾ RBI ਦੇ ਵਿੱਚ। ਸੋ ਉਸ ਕਰੰਟ ਅਕਾਊਂਟ ਦੇ ਵਿੱਚ ਇਹ ਜਿਹੜਾ ਪੈਸਾ ਹੈ CRR ਇਹ ਰੱਖਿਆ ਹੁੰਦਾ RBI ਕੋਲ, ਕਿਉਂਕਿ ਹੁਣ ਜਿਹੜਾ ਇਹ ਪੈਸਾ ਹੈ ਇਹ ਐਵੇਂ ਹੀ ਪਿਆ। ਠੀਕ ਹੈ। ਉਸ ਅਕਾਊਂਟ ਦੇ ਵਿੱਚ ਜੋ ਬੈਂਕ ਦਾ ਕਰੰਟ ਅਕਾਊਂਟ ਹੈ RBI ਕੋਲ ਉਸ ਦੇ ਵਿੱਚ ਇਹ ਪੈਸਾ ਐਵੇਂ ਹੀ ਪਿਆ ਹੁੰਦਾ ਕਿ ਮਤਲਬ ਕਿਉਂਕਿ ਕਦੇ ਮੰਨ ਲਓ ਕਿ ਕੋਈ ਬੈਂਕ ਰਨ ਦੀ ਸਿਚੁਏਸ਼ਨ ਆ ਗਈ। ਠੀਕ ਹੈ। ਤਾਂ RBI ਉੱਥੇ ਹੈਲਪ ਕਰ ਦੂਗਾ ਔਰ ਇਹ ਚੀਜ਼ 1934 ਦੇ ਐਕਟ ਦੇ ਵਿੱਚ ਦੱਸੀ ਹੋਈ ਹੈ। ਸੋ ਦੈਟਸ ਵਾਈ CRR ਹੈਵ ਟੂ ਬੀ ਮੇਨਟੇਨਡ ਬਾਈ ਬੈਂਕਸ ਇਨ RBI। ਸੋ ਇਸੀ ਕਰਕੇ ਉਹਨਾਂ ਨੂੰ ਇਹ ਬੈਂਕ ਨੂੰ RBI ਕੋਲ ਇਹ ਅਮਾਊਂਟ ਜੋ ਹੈ ਉਹ ਰੱਖਣੀ ਪੈਂਦੀ ਹੈ। ਠੀਕ ਹੈ। ਹੁਣ ਇੱਥੇ ਜਿਵੇਂ ਕਿ ਲਿਖਿਆ ਹੋਇਆ ਸਾਰਾ ਮੈਂ ਪੜ੍ਹ ਦਿੰਦੀ ਹਾਂ ਕਿ ਕੈਸ਼ ਰਿਜ਼ਰਵ ਰੇਸ਼ੋ ਜੋ ਹੈ ਇਹ ਇੱਕ ਸਪੈਸੀਫਾਈਡ ਮਿਨੀਮਮ ਫਰੈਕਸ਼ਨ ਹੈ ਆਫ ਦਾ ਟੋਟਲ ਡਿਪੋਜ਼ਿਟਸ ਆਫ ਕਸਟਮਰ। ਬੈਂਕ ਦੇ ਕਿੰਨੇ ਟੋਟਲ ਡਿਪੋਜ਼ਿਟਸ ਨੇ ਕਸਟਮਰ ਦੇ, ਉਹਦੇ ਵਿੱਚੋਂ ਕੁਛ ਜੋ ਮਿਨੀਮਮ ਫਰੈਕਸ਼ਨ ਹੈਗੀ ਹੈ ਉਹ ਕੈਸ਼ ਦੀ ਫੋਰਮ ਦੇ ਵਿੱਚ RBI ਕੋਲ ਬੈਂਕ ਨੂੰ ਰੱਖਣੀ ਪੈਂਦੀ ਹੈ। ਠੀਕ ਹੈ। ਔਰ ਵਿਚ ਕਮਰਸ਼ੀਅਲ ਹੈਵ ਟੂ ਹੋਲਡ ਐਜ਼ ਰਿਜ਼ਰਵਸ ਆਈਦਰ ਇਨ ਦ ਕੈਸ਼ ਔਰ ਐਜ਼ ਡਿਪੋਜ਼ਿਟਸ ਵਿਦ ਦ ਸੈਂਟਰਲ ਬੈਂਕ। ਜਾਂ ਤਾਂ ਸੈਂਟਰਲ ਬੈਂਕ 'ਚ ਡਿਪੋਜ਼ਿਟ ਕਰਾ ਦੇਵੇ ਜਾਂ ਤਾਂ ਫਿਰ ਕੈਸ਼ ਦੀ ਰਿਜ਼ਰਵ ਦੀ ਫੋਰਮ ਦੇ ਵਿੱਚ RBI ਕੋਲ ਰੱਖ ਦੇਵੇ। ਠੀਕ ਹੈ। ਦੈਨ ਉਸ ਤੋਂ ਬਾਅਦ ਬੈਂਕ ਡਜ਼ਨਟ ਗੈਟ ਐਨ ਇੰਟਰਸਟ ਔਨ ਦਿਸ ਅਮਾਊਂਟ। ਸੋ ਇਹ ਵੀ ਚੀਜ਼ ਯਾਦ ਰੱਖਣੀ ਹੈ, ਇਹਦੇ ਉੱਪਰ ਬੈਂਕ ਨੂੰ ਕੋਈ ਵੀ ਇੰਟਰਸਟ ਨਹੀਂ ਮਿਲਦਾ। ਦੈਨ ਕੌਣ ਡਿਸਾਈਡ ਕਰਦਾ ਹੈ CRR ਕਿੰਨਾ ਰਿਜ਼ਰਵ ਕਰਨਾ ਹੈ? ਠੀਕ ਹੈ। ਦੈਟ ਇਜ਼ ਡਿਸਾਈਡਡ ਬਾਈ ਦਾ RBI। ਉਹ ਵੀ RBI ਡਿਸਾਈਡ ਕਰਦਾ ਹੈ। ਠੀਕ ਹੈ। ਹੁਣ ਦੇਖੋ ਜੋ CRR ਹੈ ਐਂਡ ਲੈਂਡਿੰਗ ਕੈਪੈਸਿਟੀ ਮਤਲਬ ਬੈਂਕ ਦੀ ਲੋਨ ਦੇਣ ਦੀ ਸ਼ਮਤਾ, ਲੋਨ ਕੈਪੈਸਿਟੀ ਵੀ ਤੁਸੀਂ ਇਸਨੂੰ ਬੋਲ ਸਕਦੇ ਹੋ। ਜੋ CRR ਹੈ ਔਰ ਜੋ ਲੋਨ ਕੈਪੈਸਿਟੀ ਹੈ ਬੈਂਕ ਦੀ ਉਸ ਦਾ ਇਨਵਰਸ ਰਿਲੇਸ਼ਨਸ਼ਿਪ ਹੈ। ਇਨਵਰਸ ਰਿਲੇਸ਼ਨਸ਼ਿਪ ਮਤਲਬ ਦੇਖੋ ਕਿ ਇੱਕ ਚੀਜ਼ ਵਧੂਗੀ ਤਾਂ ਦੂਜੀ ਘਟੂਗੀ, ਅਗਰ ਦੂਜੀ ਘਟੂਗੀ ਤਾਂ ਪਹਿਲੀ ਕੀ ਹੈ ਉਹ ਵਧੂਗੀ। ਠੀਕ ਹੈ। ਹੁਣ ਦੇਖੋ ਕੀ ਹੁੰਦਾ ਹੈ ਕਿ ਮੰਨ ਲਓ ਕਿ ਖੁਦ ਤੁਸੀਂ ਇੱਕ ਐਗਜ਼ਾਮਪਲ ਲਓ। ਠੀਕ ਹੈ। ਅਗਰ ਕੈਸ਼ ਰਿਜ਼ਰਵ ਰੇਸ਼ੋ ਲੈਸ ਹੈ ਮਤਲਬ ਬੈਂਕ ਜਿਹੜਾ ਹੈਗਾ ਉਸ ਨੂੰ ਆਪਣੇ ਕੋਲ RBI ਕੋਲ ਕੈਸ਼ ਜੋ ਹੈ ਉਹ ਘੱਟ ਰੱਖਣਾ ਪੈ ਰਿਹਾ ਤਾਂ ਮਤਲਬ ਬੈਂਕ ਜਿਹੜਾ ਹੈ ਉਹਦੀ ਲੈਂਡਿੰਗ ਕੈਪੈਸਿਟੀ ਵੱਧ ਜੂਗੀ ਨਾ। ਕਿਉਂਕਿ ਹੁਣ ਬੈਂਕ ਜਿਹੜਾ ਹੈਗਾ ਉਸ ਕੋਲ ਜ਼ਿਆਦਾ ਪੈਸਾ ਪਿਆ ਲੋਨ ਦੇਣ ਲਈ। ਠੀਕ ਹੈ। ਸੋ ਇਹ ਚੀਜ਼ ਤੁਸੀਂ ਇੱਥੇ ਲਿਖ ਸਕਦੇ ਹੋ ਕਿ ਜਦੋਂ CRR ਜੋ ਹੈ ਉਹ ਕੀ ਹੁੰਦਾ ਹੈ ਉਹ ਲੈਸ ਹੁੰਦਾ ਹੈ। ਠੀਕ ਹੈ। ਉਹ ਲੈਸ ਹੁੰਦਾ ਹੈ ਤਾਂ ਤੁਹਾਡਾ ਜੋ ਬੈਂਕ ਹੈ ਉਸਦੀ ਜੋ ਲੈਂਡਿੰਗ ਕੈਪੈਸਿਟੀ ਹੈ ਉਸਦੀ ਜੋ ਲੈਂਡਿੰਗ ਕੈਪੈਸਿਟੀ ਹੈ ਦੈਟ ਵਿਲ ਬੀ ਹਾਈ ਐਂਡ ਇਸੇ ਦਾ ਵਾਈਸ ਵਰਸਾ ਵੀ ਹੋਊਗਾ। ਠੀਕ ਹੈ। ਅਗਰ ਮੰਨ ਲਓ ਕਿ ਹੁਣ ਮੰਨ ਲਓ ਕਿ ਬੈਂਕ ਨੂੰ ਕਿਹਾ RBI ਨੇ ਕਿ ਤੁਹਾਡੇ ਕੋਲ 100 ਰੁਪਏ ਹੈ, ਉਸ 100 ਰੁਪਏ ਦਾ ਤੁਸੀਂ 5% ਜੋ ਹੈ ਉਹ ਸਾਡੇ ਕੋਲ ਕੀ ਹੈ ਕੈਸ਼ ਰਿਜ਼ਰਵ ਰੇਸ਼ੋ ਦੀ ਫੋਰਮ 'ਚ ਰੱਖਣਾ ਹੈ। ਹੁਣ ਬੈਂਕ ਨੇ RBI ਕੋਲ 5% ਕਿੰਨਾ ਹੋਇਆ 100 ਦਾ 5 ਰੁਪਏ ਤਾਂ ਉਹ 5 ਰੁਪਏ ਕੀ ਹੈ ਉਹਦੇ ਕੋਲ RBI ਕੋਲ ਰੱਖਦੇ ਕੈਸ਼ ਦੀ ਫੋਰਮ 'ਚ। ਹੁਣ ਬੈਂਕ ਕੋਲ ਕਿੰਨਾ ਬਚਿਆ 95 ਉਹਨੂੰ ਬੈਂਕ ਜੋ ਹੈ ਲੋਨ ਦੇ ਵਿੱਚ ਚਕਵਾ ਸਕਦਾ ਹੈ। ਹਾਲਾਂਕਿ ਬੈਂਕ ਲੋਨ ਦੇ ਵਿੱਚ 95 ਪੂਰਾ ਨਹੀਂ ਚਕਵਾਉਂਦਾ ਕਿਉਂਕਿ ਉਸਨੂੰ ਕੁਛ SLR ਵੀ ਰੱਖਣਾ ਪੈਂਦਾ ਹੈ, ਉਹ ਵੀ ਮੈਂ ਅੱਗੇ ਦੱਸਦੀ ਹਾਂ। ਬਟ ਹਜੇ ਲਈ ਮੰਨ ਲਓ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਲੈ ਲਓ ਕਿ SLR ਵਰਗੀ ਕੋਈ ਚੀਜ਼ ਹੁੰਦੀ ਨਹੀਂ, ਜਸਟ CRR ਹੈ। ਹੁਣ ਬੈਂਕ ਨੇ ਅਗਰ CRR 5 ਰੁਪਏ ਮਤਲਬ ਬੈਂਕ RBI ਕੋਲ ਰੱਖਤੇ, ਹੁਣ ਬੈਂਕ ਕੋਲ ਕਿੰਨੇ ਬੱਚੇ ਪੈਸੇ ਲੋਨ ਦੇ ਵਿੱਚ ਚਕਵਾਉਣ ਨੂੰ? ਦੈਟ ਇਜ਼ 95 ਰੁਪੀਜ਼। ਹੁਣ ਮੰਨ ਲਓ ਕਿ RBI ਹੈ ਹੁਣ ਉਹ ਬੈਂਕ ਨੂੰ ਬੋਲ ਦਿੰਦਾ ਹੈ ਕਿ ਨਹੀਂ ਹੁਣ ਤੁਹਾਡੇ ਜੋ CRR ਦੀ ਰੇਸ਼ੋ ਤੁਸੀਂ ਰੱਖਣੇ ਹੈ ਮਤਲਬ ਸਾਡੇ ਕੋਲ ਦੈਟ ਇਜ਼ 10%। ਹੁਣ ਬੈਂਕ 100 ਰੁਪਈਜ਼ ਹੈ ਬੈਂਕ ਕੋਲ 100 ਰੁਪਏ ਹੈ ਤਾਂ ਉਹਦਾ 10% ਜੋ ਹੈ ਬੈਂਕ ਨੂੰ ਕਿਹਦੇ ਕੋਲ ਰੱਖਣਾ ਹੈ RBI ਕੋਲ। 100 ਰੁਪਏ ਦਾ 10% ਕਿੰਨਾ ਹੋਇਆ 10 ਰੁਪਏ ਮਤਲਬ ਬੈਂਕ ਨੂੰ RBI ਕੋਲ ਕਿੰਨੇ ਰੱਖਣੇ ਪੈ ਰਹੇ ਹਨ 10 ਰੁਪਏ। ਤਾਂ ਹੁਣ ਬੈਂਕ ਕਿੰਨਾ ਪੈਸਾ ਜੋ ਹੈ ਉਹ ਲੋਨ ਦੇ ਵਿੱਚ ਚਕਵਾ ਸਕਦਾ ਦੈਟ ਇਜ਼ 90
रुपीज़, ठीक है। सो घट गए ना पैसे। सो यही है कि अगर CRR लैस होंगे दैन बैंक की लैंडिंग कैपेसिटी विल बी हायर। अगर CRR ज़्यादा होंगे तो बैंक की जो लैंडिंग कैपेसिटी आ वो घट जाती है। इस चीज़ नूं ही असी की बोलते हैं, इस चीज़ नूं असी बोलते हैं इनवर्स रिलेशन, ठीक है। की बोलते हैं इनवर्स रिलेशन, ठीक है। सो इस चीज़ ਨੂੰ ਇਸ ਕਰਕੇ ਕਰਿਆ ਜਾਂਦਾ ਤਾਂ ਕਿ ਇਨਫਲੇਸ਼ਨ ਨੂੰ ਕੰਟਰੋਲ ਕਰਿਆ ਜਾ ਸਕੇ। ਇਨਫਲੇਸ਼ਨ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਗਰ ਉਸ ਦੇ ਵਿੱਚ ਤੁਹਾਡੇ ਜਸਟ ਅ ਮੂਮੈਂਟ, ਅਗਰ ਤੁਹਾਡੇ ਕੋਲ ਮਾਰਕੀਟ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਹੋਊਗਾ, ਠੀਕ ਹੈ, ਇਨਫਲੇਸ਼ਨ ਵੀ ਕੀ ਆ ਬਹੁਤ ਜ਼ਿਆਦਾ ਹੋਊਗੀ, ਠੀਕ ਹੈ। ਅਗਰ ਘੱਟ ਹੋਊਗਾ ਤਾਂ ਇਨਫਲੇਸ਼ਨ ਘੱਟ ਹੋਊਗੀ, ਮਤਲਬ ਲਾਈਕ ਇਹ ਜਿਹੜੀ ਚੀਜ਼ ਹੈ ਇਹ ਨਾ ਵਧੇ, ਠੀਕ ਹੈ। ਇਸੇ ਲਈ ਜੋ CRR ਹੈ ਉਸ ਨੂੰ, ਜੋ ਟੂਲ ਨੂੰ ਹੈ RBI ਜੋ ਹੈ ਉਹ ਯੂਜ਼ ਕਰਦੀ ਹੈ। ਕਿਉਂਕਿ ਦੇਖੋ ਅਗਰ CRR ਨਾ ਲੈਸ ਕਰ ਲਿਆ, ਘੱਟ ਕਰ ਲਿਆ, ਤਾਂ ਮੰਨ ਲਓ ਕਿ RBI ਚਾਹੁੰਦੀ ਹੈ ਕਿ ਦੇਸ਼ ਦੇ ਵਿੱਚ ਇਕਨੋਮਿਕ ਐਕਟੀਵਿਟੀਜ਼ ਵਧਣ, ਅਤੇ ਇਕਨੋਮਿਕ ਐਕਟੀਵਿਟੀਜ਼ ਉਦੋਂ ਵਧਣਗੀਆਂ ਜਦੋਂ ਬੈਂਕ ਕੋਲ ਜ਼ਿਆਦਾ ਪੈਸਾ ਹੋਊਗਾ ਲੈਂਡ ਕਰਵਾਉਣ ਲਈ। ਤਾਂ ਬੈਂਕ ਕੋਲ ਜ਼ਿਆਦਾ ਲੈਂਡ ਕਰਵਾਉਣ ਲਈ ਪੈਸਾ ਉਦੋਂ ਹੋਊਗਾ ਜਦੋਂ RBI CRR ਘੱਟ ਰੱਖੂਗੀ, ਠੀਕ ਹੈ। ਸੋ RBI ਜਦੋਂ CRR ਘੱਟ ਕਰ ਦਿੰਦੀ ਹੈ, ਬੈਂਕ ਕੋਲ ਪੈਸਾ ਜ਼ਿਆਦਾ ਹੁੰਦਾ ਹੈ ਲੋਨ ਦੇ ਵਿੱਚ ਚੁਕਵਾਉਣ 'ਚ, ਜਿੰਨਾ ਜ਼ਿਆਦਾ ਲੋਨ ਦਊਗਾ ਬੈਂਕ ਉਨੀ ਜ਼ਿਆਦਾ ਇਕਨੋਮਿਕ ਐਕਟੀਵਿਟੀਜ਼ ਵਧਣਗੀਆਂ ਅਤੇ ਕੰਟਰੀ ਦੀ ਕੀ ਹੋਊਗੀ, ਗਰੋਥ ਹੋਊਗੀ। ਔਰ ਇਹਦਾ ਵਾਈਸ ਵਰਸਾ ਹੈ, ਮੰਨ ਲਓ ਕਿ ਪੈਸਾ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਹੈ ਤਾਂ CRR ਜੋ ਹੈ ਉਹ ਬੈਂਕ RBI ਜੋ ਹੈ CRR ਨੂੰ ਵਧਾ ਦਿੰਦੀ ਹੈ ਤਾਂ ਕਿ ਜੋ ਕੈਸ਼ ਜੋ ਹੈ ਉਹ ਬੈਂਕ ਨੂੰ ਜ਼ਿਆਦਾ ਰੱਖਣਾ ਪਵੇ ਆਪਣੇ ਕੋਲ ਰਿਜ਼ਰਵ ਦੀ ਫੋਰਮ ਦੇ ਵਿੱਚ। ਅਤੇ ਇਸ ਨਾਲ ਕੀ ਹੋਊਗਾ, ਲੋਕਾਂ ਨੂੰ ਲੋਨ ਦੇਣ ਲਈ ਬੈਂਕ ਕੋਲ ਘੱਟ ਪੈਸੇ ਹੋਣਗੇ, ਘੱਟ ਪੈਸਾ ਹੋਊਗਾ ਤਾਂ ਇਕਨੋਮਿਕ ਐਕਟੀਵਿਟੀਜ਼, ਹਾਂ ਉੱਧਰੋਂ ਇਕਨੋਮਿਕ ਐਕਟੀਵਿਟੀਜ਼ ਘੱਟ ਜਾਣਗੀਆਂ ਬਟ ਇਨਫਲੇਸ਼ਨ ਵੀ ਜੋ ਹੈਗੀ ਹੈ ਉਹ ਡਾਊਨ ਆ ਜਾਊਗੀ, ਠੀਕ ਹੈ। ਸੋ ਹਰ ਚੀਜ਼ ਜੋ ਆਪਸ ਦੇ ਵਿੱਚ ਹੈ ਦੈਟ ਇਜ਼ ਲਿੰਕਡ, ਠੀਕ ਹੈ। ਹੁਣ ਆਈ ਹੋਪ ਤੁਹਾਨੂੰ CRR ਬਾਰੇ ਪਤਾ ਲੱਗ ਗਿਆ ਹੋਊਗਾ ਕਿ CRR ਕੀ ਹੈ। ਉਸ ਤੋਂ ਇਲਾਵਾ CRR ਦੇ ਵਿੱਚ ਅਗਰ ਕੁਐਸਚਨ ਆ ਸਕਦਾ ਹੈ ਕਿ ਕੌਣ ਜੋ ਹੈ ਉਹ CRR ਨੂੰ ਮੇਨਟੇਨ ਕਰਦਾ ਹੈ, ਇਹ ਵੀ ਮੈਂ ਦੱਸਦੀ ਹਾਂ ਤੁਹਾਨੂੰ ਇੱਕ ਸੈਕਿੰਡ। CRR ਨੂੰ ਪ੍ਰਾਈਵੇਟ ਸੈਕਟਰ ਬੈਂਕ, ਕੋਆਪਰੇਟਿਵ ਬੈਂਕਸ ਹੋ ਗਏ ਉਹ ਮੇਨਟੇਨ ਕਰਦੇ ਨੇ, ਔਰ ਕੁਛ ਸਮਾਲ ਫਾਈਨੈਂਸ ਬੈਂਕ ਹੋ ਗਏ, ਠੀਕ ਹੈ। ਔਰ ਜੋ ਕੋਆਪਰੇਟਿਵ ਬੈਂਕ ਹੁੰਦੇ ਆ ਨਾ ਉਹਨਾਂ ਲਈ RBI ਨੇ ਕੁਛ ਸੈਪਰੇਟ ਨੋਰਮਸ ਜੋ ਨੇ ਪ੍ਰੈਸਕ੍ਰਾਈਬ ਕਰੇ ਗਏ ਹੁੰਦੇ ਨੇ, ਠੀਕ ਹੈ। ਇਹ ਵੀ ਚੀਜ਼ ਯਾਦ ਰੱਖਿਓ। ਔਰ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ NBFC ਇਜ਼ ਦਾ ਓਨਲੀ ਵਨ ਹੂ ਡਜ਼ਨਟ ਹੈਵ ਟੂ ਗਿਵ CRR। ਸੋ ਐਕਸੈਪਸ਼ਨਲ ਚੀਜ਼ਾਂ ਹਮੇਸ਼ਾ ਯਾਦ ਰੱਖਿਆ ਕਰੋ, ਠੀਕ ਹੈ। ਉਹਦੇ 'ਚੋਂ ਹੀ ਕੁਐਸਚਨਸ ਜੋ ਨੇ ਉਹ ਬਣਦੇ ਨੇ। NBFS, ਠੀਕ ਹੈ। NBFS ਇੱਕ ਐਸਾ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈ ਜਿਸ ਨੂੰ CRR ਨਹੀਂ ਦੇਣਾ ਪੈਂਦਾ, ਠੀਕ ਹੈ। ਸੋ ਇਹ ਚੀਜ਼ ਯਾਦ ਰੱਖਿਓ। ਹੁਣ 1990s ਦੇ ਵਿੱਚ ਜੋ CRR ਸੀ ਮੈਂ ਤੁਹਾਨੂੰ ਦੱਸਦੀ ਹਾਂ ਦੈਟ ਵਾਜ਼ 11%, ਜੋ ਕਿ ਬਹੁਤ ਜ਼ਿਆਦਾ ਸੀ। ਬਟ 2020 'ਚ 3% ਹੋ ਗਿਆ ਅਤੇ ਹੁਣ 2024 'ਚ ਤੁਸੀਂ ਦੇਖ ਰਹੇ ਹੋ ਦੈਟ ਇਜ਼ 4.5%। ਸੋ 1990s ਦੇ ਵਿੱਚ 11% ਕਿਉਂ ਸੀ? ਕਿਉਂਕਿ ਉਸ ਟਾਈਮ ਨਾ ਬੈਂਕ ਰਨ ਦੀ ਸਿਚੁਏਸ਼ਨ ਆ ਗਈ ਸੀਗੀ, ਬਹੁਤ ਵਾਰ ਆਈ ਸੀਗੀ। ਸੋ ਇਸ ਚੀਜ਼ ਨੂੰ ਅਵੋਇਡ ਕਰਨ ਲਈ ਇਹ ਉਸ ਟਾਈਮ ਬਹੁਤ ਜ਼ਿਆਦਾ ਵਧਾਤਾ ਸੀਗਾ, ਠੀਕ ਹੈ। ਸੋ ਯਾਦ ਰੱਖਿਓ CRR ਔਰ ਬੈਂਕ ਦੀ ਲੋਨ ਕੈਪੈਸਿਟੀ ਦਾ ਦੋਵਾਂ ਦਾ ਇਨਵਰਸ ਰਿਲੇਸ਼ਨਸ਼ਿਪ ਹੁੰਦਾ ਹੈ, ਠੀਕ ਹੈ। ਅਗਰ CRR ਘੱਟ ਹੈ ਬੈਂਕ ਦੀ ਲੋਨ ਕੈਪੈਸਿਟੀ ਜ਼ਿਆਦਾ ਹੋਊਗੀ ਔਰ ਮਨੀ ਸਪਲਾਈ ਵੀ ਜ਼ਿਆਦਾ ਹੋਊਗੀ, ਇਕਨੋਮਿਕ ਐਕਟੀਵਿਟੀਜ਼ ਵੀ ਜ਼ਿਆਦਾ ਹੋਊਗੀ, ਠੀਕ ਹੈ। ਸੋ ਆਈ ਹੋਪ ਕੈਸ਼ ਰਿਜ਼ਰਵ ਰੇਸ਼ੀਓ 'ਚ ਹੁਣ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ। ਹੁਣ ਪਿੱਛੇ ਮੈਂ ਇੱਕ ਵਰਡ ਬੋਲਿਆ ਸੀ ਦੈਟ ਇਜ਼ NDTL। NDTL ਕੀ ਹੁੰਦਾ ਹੈ? ਨੈਟ ਡਿਮਾਂਡ ਐਂਡ ਟਾਈਮ ਲਾਇਬਿਲਿਟੀਜ਼। ਕਿਉਂਕਿ ਜੋ ਬੈਂਕ ਹੁੰਦੇ ਆ ਉਹਨਾਂ ਨੂੰ ਆਪਣੀ ਨੈਟ ਡਿਮਾਂਡ ਐਂਡ ਟਾਈਮ ਲਾਇਬਿਲਿਟੀਜ਼ ਦਾ ਕੁਛ ਪਰਸੈਂਟੇਜ CRR ਦੀ ਫੋਰਮ 'ਚ ਰੱਖਣਾ ਪੈਂਦਾ ਹੈ, ਕੁਛ ਪਰਸੈਂਟੇਜ SLR ਦੀ ਫੋਰਮ 'ਚ ਰੱਖਣਾ ਪੈਂਦਾ ਹੈ, ਠੀਕ ਹੈ। ਸੋ NDTL ਕੀ ਹੁੰਦੇ ਨੇ? ਹੁਣ ਦੇਖੋ ਬੈਂਕ ਹੈ, ਠੀਕ ਹੈ। ਬੈਂਕ ਜੋ ਹੈਗੇ ਆ ਕੁਛ ਪੈਸੇ ਮੰਨ ਲਓ ਕਿ ਇੱਕ ਸੈਕਿੰਡ ਫੇਰ ਪਿੱਛੇ ਚਲਾ ਗਿਆ। ਹਾਂਜੀ, ਹੁਣ ਬੈਂਕ ਹੈ ਕੁਛ ਪੈਸਾ ਤਾਂ ਡਿਪੋਜ਼ਿਟ ਕਰਵਾ ਦੂਗਾ ਮੰਨ ਲਓ ਕਿ ਦੂਜੇ ਬੈਂਕ 'ਚ, ਠੀਕ ਹੈ। ਹੁਣ ਆਹ ਦੇਖੋ ਲਾਈਕ
ਇੱਕ ਸੈਕਿੰਡ ਇਹਨੂੰ ਛੱਡ ਦਿਓ, ਇੱਥੇ ਦੇਖੋ ਤੁਸੀਂ, ਇਹ ਬੈਂਕ ਹੈ, ਬੈਂਕ ਦੀ ਕੀ ਹੁੰਦੀਆਂ ਨੇ, ਕੁਛ ਟਾਈਮ ਲਾਇਬਿਲਿਟੀਜ਼ ਹੁੰਦੀਆਂ ਨੇ, ਕੁਛ ਕੀ ਹੁੰਦੀਆਂ ਨੇ ਡਿਮਾਂਡ ਲਾਇਬਿਲਿਟੀਜ਼ ਕੀ ਹੁੰਦੀਆਂ ਨੇ ਸੌਰੀ। ਅਤੇ ਟਾਈਮ ਲਾਇਬਿਲਿਟੀਜ਼ 'ਚ ਕੀ ਆ ਗਏ, ਕੁਛ ਫਿਕਸਡ ਡਿਪੋਜ਼ਿਟ ਔਰ ਰੈਕਰਿੰਗ ਡਿਪੋਜ਼ਿਟਸ, ਔਰ ਡਿਮਾਂਡ 'ਚ ਕੀ ਆ ਗਏ, ਸੇਵਿੰਗ ਅਕਾਊਂਟ ਐਂਡ ਕਰੰਟ ਅਕਾਊਂਟ। ਔਰ ਅਗਰ ਕਿਸੇ ਨੂੰ ਕੁਛ ਵੀ ਨਹੀਂ ਪਤਾ, ਮੇਰੀ ਇਹਦੇ ਉੱਪਰ ਇੱਕ ਡਿਟੇਲਡ ਵੀਡੀਓ ਹੈ ਜਿਸ 'ਚ ਮੈਂ ਇੱਕ ਇੱਕ ਚੀਜ਼ ਬਹੁਤ ਹੀ ਡੀਪਲੀ ਦੱਸੀ ਹੈ, ਠੀਕ ਹੈ। ਸੋ ਆਈ ਥਿੰਕ ਉਹ ਲਾਸਟ ਵੀਡੀਓ ਜੋ ਇਸ ਤੋਂ ਪਿਛਲਾ ਜੋ ਮੇਰਾ ਲੈਕਚਰ ਹੈ ਉਸ ਦੇ ਵਿੱਚ ਆਹ ਤਾਂ ਤੁਸੀਂ ਵੇਖ ਸਕਦੇ ਹੋ, ਠੀਕ ਹੈ। ਤੋ ਇਹ NDTL ਕੀ ਹੋਇਆ, A+B ਬੈਂਕ ਦੀ ਟਾਈਮ ਲਾਇਬਿਲਿਟੀਜ਼ ਔਰ ਡਿਮਾਂਡ ਲਾਇਬਿਲਿਟੀਜ਼, ਉਹਨੂੰ ਐਡ ਕਰ ਦਿਓ ਔਰ ਮਾਈਨਸ ਕਰ ਦਿਓ C ਨੂੰ। C ਇਹ ਹੈ ਤੁਹਾਡਾ, ਠੀਕ ਹੈ, ਇਹ ਤੁਹਾਡਾ C ਹੈ, ਮੈਂ ਇੱਥੇ ਲਿਖਣਾ ਭੁੱਲ ਗਈ। ਔਰ ਜੋ ਬੈਂਕ ਦੇ ਕੁਛ ਡਿਪੋਜ਼ਿਟਸ ਨੇ ਉਹਨੂੰ ਮਾਈਨਸ ਕਰ ਦਿਓ, ਤਾਂ ਜੋ ਬੈਂਕ ਕੋਲ ਬਚਿਆ ਦੈਟ ਇਜ਼ NDTL, ਠੀਕ ਹੈ। ਸੋ ਇਹਨੇ ਇੰਪੋਰਟੈਂਟ ਨਹੀਂ ਆ, ਬਟ ਮੈਂ ਫਿਰ ਵੀ ਚਲੋ ਇੱਥੇ ਲਿਖਤਾ। ਕੈਸ਼ ਰਿਜ਼ਰਵ ਰੇਸ਼ੋ, ਹੁਣ ਇੱਥੇ ਮੈਂ ਦੱਸਿਆ ਹੋਇਆ ਕਿ ਕਸਟਮਰਸ ਹੈ ਉਹ ਕੀ ਕਰਦੇ ਨੇ, ਬੈਂਕ ਦੇ ਵਿੱਚ ਅਗਰ ਡਿਪੋਜ਼ਿਟ ਕਰਵਾ ਰਹੇ ਨੇ 100 ਕਰੋੜ ਰੁਪਏ, ਤੋ ਬੈਂਕ ਜਿਹੜਾ ਹੈਗਾ ਅਗਰ ਮੰਨ ਲਓ ਕਿ CRR 4% ਹੈ, ਤਾਂ ਉਹਦਾ ਮਤਲਬ ਕੀ ਹੈ ਕਿ 100 ਕਰੋੜ ਦਾ 4% ਕਿੰਨਾ ਹੋਇਆ, 4 ਕਰੋੜ। ਤਾਂ 4 ਕਰੋੜ ਰੁਪਏ ਜੋ ਬੈਂਕ ਹੈਗਾ ਉਸਨੂੰ CRR ਦੀ ਫਾਰਮ ਦੇ ਵਿੱਚ ਕਿਸ ਕੋਲ ਰੱਖਣਾ ਪੈਂਦਾ ਹੈ, RBI ਕੋਲ ਰੱਖਣਾ ਪੈਂਦਾ ਹੈ। ਸੋ ਦਿਸ ਇਜ਼ ਦਾ ਹੋਲ ਕੈਸ਼ ਰਿਜ਼ਰਵ ਰੇਸ਼ੀਓ ਮੈਕੈਨਿਜ਼ਮ। ਹੁਣ ਅਸੀਂ ਚੱਲਦੇ ਹਾਂ ਅੱਗੇ, ਹੁਣ ਆ ਗਿਆ SLR। ਹੁਣ ਅੱਜ ਅਸੀਂ ਸਿਰਫ SLR ਹੀ ਡਿਸਕਸ ਕਰਾਂਗੇ ਕਿਉਂਕਿ ਲੈਕਚਰ ਜੋ ਹੈ ਉਹ ਕਾਫੀ ਲੈਂਦੀ ਹੋ ਚੁੱਕਾ ਹੈ, 1 ਘੰਟੇ ਦਾ ਬਣ ਚੁੱਕਿਆ। ਸੋ ਨੈਕਸਟ ਪਾਰਟ 2 ਦੇ ਵਿੱਚ ਜੋ ਵੀ ਕੁਛ ਬਚਿਆ ਸੀ ਉਹ ਡਿਸਕਸ ਕਰ ਲਾਂਗੇ, ਠੀਕ ਹੈ। ਬਿਕੋਜ਼ ਮੈਨੂੰ ਵੀ ਥੋੜ੍ਹੀ ਬ੍ਰੇਕ ਚਾਹੀਦੀ ਹੈ, ਮੈਂ ਕੰਟੀਨਿਊਸਲੀ ਬੋਲ ਰਹੀ ਹਾਂ, ਬਟ ਚਲੋ ਕੋਈ ਗੱਲ ਨਹੀਂ। ਅਸੀਂ ਗੱਲ ਕਰਦੇ ਹਾਂ ਨੈਕਸਟ ਸਟੈਚੂਟਰੀ ਲਿਕੁਇਡਿਟੀ ਰੇਸ਼ੋ ਦੀ। ਸਟੈਚੂਟਰੀ ਲਿਕੁਇਡਿਟੀ ਰੇਸ਼ੋ ਕੀ ਹੁੰਦਾ ਹੈ, ਦੇਖੋ ਕੈਸ਼ ਰਿਜ਼ਰਵ ਰੇਸ਼ੋ ਜੋ ਸੀ ਉਸ 'ਚ ਐਕਰੋਨੀਅਮ ਸੀ C ਮਤਲਬ ਕੀ ਹੈ, ਕੈਸ਼। ਬਿਕੋਜ਼ ਉਸ 'ਚ ਕੀ ਹੁੰਦਾ, ਬੈਂਕ ਨੂੰ ਡਿਪੋਜ਼ਿਟ ਕਰਨੀ ਪੈਂਦੀ ਹੈ ਮਨੀ RBI ਕੋਲ, ਬਟ ਇਨ ਦਾ ਫਾਰਮ ਆਫ ਕੈਸ਼, ਠੀਕ ਹੈ। ਲੇਕਿਨ ਸਟੈਚੂਟਰੀ ਲਿਕੁਇਡਿਟੀ ਰੇਸ਼ੋ 'ਚ ਲਿਕੁਇਡਿਟੀ ਦਾ ਮਤਲਬ ਕੀ ਹੁੰਦਾ ਹੈ, ਇੱਥੇ ਵਰਡ ਹੈ ਨਾ ਤੁਹਾਡਾ ਕੀ ਹੈ, ਲਿਕੁਇਡਿਟੀ। ਲਿਕੁਇਡਿਟੀ ਦੀ ਅਸੀਂ ਡੈਫੀਨੇਸ਼ਨ ਪੜ੍ਹ ਚੁੱਕੇ ਹਾਂ, ਕੋਈ ਵੀ ਐਸੀ ਚੀਜ਼ ਜੋ ਕਾਫੀ ਜ਼ਿਆਦਾ ਲਿਕੁਇਡ ਹੋਵੇ ਜਿਸ ਨੂੰ ਈਜ਼ੀਲੀ ਤੁਸੀਂ ਕੈਸ਼ ਦੀ ਫਾਰਮ ਦੇ ਵਿੱਚ ਜੋ ਹੈ ਕਨਵਰਟ ਕਰ ਸਕੋ, ਦੈਟ ਇਜ਼ ਲਿਕੁਇਡ। ਜਿਵੇਂ ਕਿ ਮੈਂ ਐਗਜ਼ਾਮਪਲ ਦਿੱਤਾ ਸੀ, ਜਿਵੇਂ ਰੀਅਲ ਸਟੇਟ ਹੈ, ਦੈਟ ਇਜ਼ ਨਾਟ ਲਿਕੁਇਡ ਬਿਕਾਜ਼ ਕੋਈ ਚੀਜ਼ ਕਿੰਨੀ ਈਜ਼ੀਲੀ ਤੁਸੀਂ ਕੈਸ਼ 'ਚ ਕਨਵਰਟ ਕਰ ਸਕਦੇ ਹੋ, ਦੈਟ ਇਜ਼ ਲਿਕੁਇਡ। ਅਗਰ ਮੈਂ ਘਰ ਦੀ ਗੱਲ ਕਰਾਂ, ਅਗਰ ਮਤਲਬ ਮੰਨ ਲਓ ਕਿ ਮੇਰੇ ਕੋਲ ਇੱਕ ਘਰ ਹੈ, ਦੈਟ ਇਜ਼ ਵਰਥ ਲਾਈਕ 25 ਲੱਖ ਰੁਪੀਜ਼, 25 ਲੱਖ ਦਾ ਘਰ ਹੈ, ਠੀਕ ਹੈ। ਹੁਣ ਕੀ ਉਹ ਲਿਕੁਇਡ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿੰਨੀ ਛੇਤੀ ਮੈਂ ਉਸਨੂੰ ਵੇਚ ਕੇ ਆਪਣੇ ਹੱਥ 'ਚ ਪੈਸਾ ਲੈ ਲਵਾਂ, ਠੀਕ ਹੈ। ਹੁਣ ਬੈਂਕ ਜਿਹੜੇ ਘਰ ਹੈ ਉਹ ਛੇਤੀ ਨਹੀਂ ਵਿਕਦੇ, ਤੁਹਾਨੂੰ ਪਤਾ ਹੈ ਟਾਈਮ ਲੱਗਦਾ ਹੈ ਕਿਸੇ ਵੀ ਜ਼ਮੀਨ ਨੂੰ ਜਾਂ ਘਰ ਨੂੰ ਵਿਕਣ ਦੇ ਵਿੱਚ, ਠੀਕ ਹੈ। ਸੋ ਉਹ ਚੀਜ਼ ਲਿਕੁਇਡ ਨਹੀਂ ਹੈ, ਲੇਕਿਨ ਕੋਈ ਐਸੀ ਚੀਜ਼ ਜਿਸ ਨੂੰ ਤੁਸੀਂ ਤੁਰੰਤ ਨਾਲ ਦੀ ਨਾਲ ਹੀ ਕੈਸ਼ 'ਚ ਕਨਵਰਟ ਕਰ ਸਕੋ, ਦੈਟ ਇਜ਼ ਲਿਕੁਇਡਿਟੀ, ਠੀਕ ਹੈ। ਸੋ ਲਿਕੁਇਡਿਟੀ, ਸਟੈਚੂਟਰੀ ਲਿਕੁਇਡਿਟੀ ਰੇਸ਼ੋ ਦਾ ਮਤਲਬ ਹੈ ਕਿ ਲਿਕੁਇਡਿਟੀ ਮਤਲਬ ਕਿ ਅਪਾਰਟ ਫਰੋਮ ਕੈਸ਼ ਕੁਛ ਐਸੀਆਂ ਚੀਜ਼ਾਂ ਹੁੰਦੀਆਂ ਨੇ ਉਹ ਜੋ ਕਿ ਕੈਸ਼ ਨਹੀਂ ਹੁੰਦੀਆਂ, ਬਟ ਦੇ ਆਰ ਲਿਕੁਇਡ, ਉਹ ਲਿਕੁਇਡ ਜ਼ਰੂਰ ਹੁੰਦੀਆਂ ਨੇ, ਠੀਕ ਹੈ। ਸੋ ਹੁਣ ਕੀ ਕਰਨਾ, ਇਹ ਹੋ ਗਿਆ ਤੁਹਾਡਾ ਲਿਕੁਇਡਿਟੀ ਦਾ ਮਤਲਬ, ਠੀਕ ਹੈ। ਤਾਂ ਸਟੈਚੂਟਰੀ ਲਿਕੁਇਡਿਟੀ ਕੀ ਹੁੰਦੀ ਹੈ, ਇੱਕ ਮਿਨੀਮਮ ਪਰਸੈਂਟੇਜ ਹੁੰਦੀ ਹੈ ਡਿਪੋਜ਼ਿਟ ਦੀ। ਇਹ ਵੀ ਡਿਪੋਜ਼ਿਟਸ ਰੱਖਣੇ ਪੈਂਦੇ ਹੈ ਬੈਂਕ ਨੂੰ, ਠੀਕ ਹੈ। ਲੇਕਿਨ ਇਹ ਕਿਸ ਦੀ ਫਾਰਮ 'ਚ ਰੱਖਣੇ ਪੈਂਦੇ ਹੈ, ਇਹ ਕੈਸ਼ ਦੀ ਫਾਰਮ 'ਚ ਤਾਂ ਰੱਖਣੇ ਪੈਂਦੇ ਹੀ ਹੈ, ਲੇਕਿਨ ਉਸ ਤੋਂ ਇਲਾਵਾ ਗੋਲਡ ਜਾਂ ਸਿਕਿਉਰਿਟੀਜ਼ ਦੀ ਫਾਰਮ 'ਚ ਵੀ ਰੱਖਣੇ ਪੈਂਦੇ ਹੈ, ਠੀਕ ਹੈ। ਹੁਣ ਸਿਕਿਉਰਿਟੀਜ਼ ਕੀ ਹੋ ਗਈ, ਦੇਖੋ ਮੈਂ ਨਾ ਅਗਰ ਡੀਪਲੀ ਨਹੀਂ ਜਾਵਾਂਗੀ, ਸਿਕਿਉਰਿਟੀਜ਼ ਮੈਂ ਤੁਹਾਨੂੰ ਬਹੁਤ ਹੀ ਲੇਮੈਨ ਟਰਮ 'ਚ ਦੱਸ ਦਿੰਦੀ ਹਾਂ, ਈਜ਼ੀ ਵੇ 'ਚ, ਕਿ ਮੰਨ ਲਓ ਸਿਕਿਉਰਿਟੀਜ਼ ਨਾ ਲਾਈਕ ਇੱਕ ਫਾਈਨੈਂਸ਼ੀਅਲ ਇੰਸਟਰੂਮੈਂਟ ਹੁੰਦੇ ਨੇ ਜਿਨ੍ਹਾਂ ਦੀ ਕੁਛ ਮੋਨੀਟਰੀ ਵੈਲਿਊ ਹੁੰਦੀ ਹੈ। ਫੋਰ ਐਗਜ਼ਾਮਪਲ ਮੰਨ ਲਓ ਕਿ ਕੋਈ ਪੇਪਰ ਹੈ, ਠੀਕ ਹੈ, ਸਰਕਾਰ ਨੇ ਤੁਹਾਨੂੰ ਕੋਈ ਪੇਪਰ ਦਿੱਤਾ ਔਰ ਉਹਦੇ ਉੱਪਰ ਲਿਖਤਾ ਕਿ ਇਸ ਦੀ ਨਾ ਕੁਛ ਵੈਲਿਊ ਹੈ, ਮੰਨ ਲਓ ਕਿ ਉਹਦੇ ਪੇਪਰ ਦੀ ਵੈਲਿਊ ਹੈ 100 ਰੁਪਏ। ਤਾਂ ਉਹ ਪੇਪਰ ਜੋ ਹੈ ਉਹ ਬੰਦਾ ਜੋ ਹੈ ਕਦੇ ਵੀ ਜਾ ਕੇ ਬੈਂਕ ਕੋਲ ਜਾਂ ਸਰਕਾਰ ਕੋਲ ਵਾਪਿਸ ਲੈ ਜਾ ਕੇ ਬੋਲ ਸਕਦਾ, ਮਨੀ ਡਿਮਾਂਡ ਕਰ ਸਕਦਾ, ਠੀਕ ਹੈ। ਔਰ ਹੁਣ ਉਸੀ ਚੀਜ਼ ਨੂੰ ਕੀ ਬੋਲਦੇ ਆ, ਇੱਕ ਸਿਕਿਉਰਿਟੀ, ਠੀਕ ਹੈ। ਔਰ ਉਸਦੇ ਉੱਪਰ ਜੋ ਪਰਸਨ ਹੈ ਉਹਨੂੰ ਇੰਟਰਸਟ ਵੀ ਮਿਲਦਾ ਹੈ, ਇਹ ਚੀਜ਼ ਵੀ ਯਾਦ ਰੱਖਿਓ, ਠੀਕ ਹੈ। ਤਾਂ ਜਿਹੜੀ SLR ਹੈ ਉਸਦੀ ਕਿਸ ਦੀ ਫਾਰਮ 'ਚ ਰੱਖਣੀ ਪੈਂਦੀ ਹੈ, ਕੈਸ਼, ਗੋਲਡ ਔਰ ਅਦਰ ਸਿਕਿਉਰਿਟੀਜ਼, ਠੀਕ ਹੈ। ਹੁਣ CRR ਔਰ SLR 'ਚ ਕੀ ਫ਼ਰਕ ਹੈ, ਇੱਕ ਤਾਂ ਬੇਸਿਕ ਫ਼ਰਕ ਤਾਂ ਇਹੀ ਹੋ ਗਿਆ ਕਿ ਉੱਥੇ ਕੈਸ਼ ਰੱਖਣਾ ਸੀ, ਇੱਥੇ ਕੈਸ਼ ਵੀ ਹੈ, ਗੋਲਡ ਵੀ ਹੈ, ਬਾਕੀ ਸਿਕਿਉਰਿਟੀਜ਼ ਵੀ ਨੇ। ਦੂਜਾ ਫ਼ਰਕ ਇਹ ਹੈ ਕਿ CRR 'ਚ ਤੁਹਾਨੂੰ ਕੋਈ ਵੀ ਨਾ ਇੰਟਰਸਟ ਨਹੀਂ ਮਿਲਦਾ ਹੈਗਾ, ਲੇਕਿਨ SLR 'ਚ ਜੋ ਬੈਂਕ ਹੈ ਉਸਨੂੰ ਇੰਟਰਸਟ ਮਿਲਦਾ ਹੈ ਇਸ ਅਮਾਊਂਟ ਦੇ ਉੱਪਰ ਵੀ, ਠੀਕ ਹੈ। ਸੋ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਦੇਖੋ
ਜੋ ਬੈਂਕਿੰਗ ਰੈਗੂਲੇਸ਼ਨ ਐਕਟ ਆਫ 1949 ਉਸਨੇ ਕਿਹਾ ਸੀ ਕਿ ਉਹ ਦੱਸਦਾ ਮਤਲਬ ਕਿ SLR ਵੀ ਲਾਈਕ ਕਿੰਨਾ ਵੀ ਇੰਨਾ ਤਾਂ ਮੇਨਟੇਨ ਕਰਨਾ ਹੀ ਕਰਨਾ ਹੈ, ਠੀਕ ਹੈ। ਹੁਣ SLR ਜੋ ਹੈ ਉਹ ਮੇਨਟੇਨ ਕਰਿਆ ਜਾਂਦਾ ਕੈਸ਼ ਗੋਲਡ ਦੀ ਫੋਰਮ 'ਚ, RBI ਅਪਰੂਵਡ ਸਿਕਿਉਰਿਟੀਜ਼ ਜਾਂ ਗਵਰਨਮੈਂਟ ਅਪਰੂਵਡ ਸਿਕਿਉਰਿਟੀਜ਼ ਦੀ ਫੋਰਮ 'ਚ। ਹੁਣ ਜਿਹੜਾ ਬੈਂਕ ਹੈ ਨਾ ਇਹ SLR ਨੂੰ ਆਪਣੇ ਕੋਲ ਹੀ ਰੱਖਦਾ, ਠੀਕ ਹੈ। ਇੱਕ ਥਰਡ ਡਿਫਰੈਂਸ ਦੇਖੋ ਇਹ ਆ ਗਿਆ CRR और SLR 'ਚ ਕਿ SLR ਜੋ ਹੈ ਉਹ ਬੈਂਕ ਆਪਣੇ ਕੋਲ ਰੱਖਦਾ, ਠੀਕ ਹੈ, ਔਰ ਜੋ CRR ਹੈ ਉਹ RBI ਕੋਲ ਰੱਖਦਾ, ਠੀਕ ਹੈ। ਸੋ ਅਗਰ ਕਿਸੇ ਵੀ ਸਿਚੁਏਸ਼ਨ 'ਚ ਬੈਂਕ ਰਨ ਸਿਨੈਰੀਓ ਆ ਜਾਂਦਾ ਹੈ ਤਾਂ ਬੈਂਕ ਆਪਣਾ SLR ਯੂਜ਼ ਕਰ ਸਕਦਾ ਹੈ ਲੋਕਾਂ ਨੂੰ ਦੇਣ ਲਈ, ਠੀਕ ਹੈ। ਸੋ ਹਾਂ ਔਰ ਇੱਕ ਚੀਜ਼ ਇਹ ਵੀ ਮੈਂ ਤੁਹਾਨੂੰ ਦੱਸਦੀ ਕਿ ਬੈਂਕ ਨੂੰ ਕੀ ਕੋਈ ਪ੍ਰੋਫਿਟ ਮਿਲਦਾ SLR 'ਤੇ। ਦੇਖੋ ਕਿਤੇ ਜਗ੍ਹਾ ਲਿਖਿਆ ਵੀ ਹੁੰਦਾ ਕਿ ਕੋਈ ਪ੍ਰੋਫਿਟ ਨਹੀਂ ਮਿਲਦਾ ਕਿਉਂਕਿ ਇਸ 'ਤੇ ਕੋਈ ਇੰਟਰਸਟ ਨਹੀਂ ਮਿਲੂਗਾ, ਇੱਦਾਂ ਹੀ ਪਿਆ ਤਾਂ ਪ੍ਰੋਫਿਟ ਕਿੱਦਾਂ ਮਿਲੂਗਾ। ਲੇਕਿਨ ਹਾਂ ਗੋਲਡ ਵੀ ਤਾਂ ਰੱਖਿਆ ਹੁੰਦਾ ਹੈ, ਅਗਰ ਗੋਲਡ ਦਾ ਮੰਨ ਲਓ ਕਿ ਰੇਟ ਆਉਣ ਵਾਲੇ ਟਾਈਮ 'ਚ ਇੰਕਰੀਜ਼ ਹੋ ਗਿਆ ਤਾਂ ਪ੍ਰੋਫਿਟ ਇਜ਼ ਐਬਸੋਲਿਊਟ ਪ੍ਰੋਫਿਟ ਉੱਥੇ ਮਿਲੂਗਾ, ਠੀਕ ਹੈ। ਔਰ RBI ਅਪਰੂਵਡ ਸਿਕਿਉਰਿਟੀਜ਼ ਜੋ ਹੈ ਉਹਨਾਂ 'ਤੇ ਵੀ ਤੁਹਾਨੂੰ ਪ੍ਰੋਫਿਟ ਮਿਲਦਾ ਹੈ। ਮੈਂ ਕਿਉਂਕਿ ਹੁਣੇ ਦੱਸ ਕੇ ਹਟੀ ਸੀ ਕਿ ਉਹਦੇ 'ਤੇ ਵੀ ਤੁਹਾਨੂੰ ਇੰਟਰਸਟ ਵਗੈਰਾ ਜਿਹੜਾ ਹੈਗਾ ਉਹ ਮਿਲਦਾ ਹੈ, ਠੀਕ ਹੈ। ਸੋ SLR ਜੋ ਹੈ ਇੱਥੇ ਲਿਖਿਆ ਹੋਇਆ ਕਿ ਇਟ ਇਜ਼ ਯੂਜ਼ ਟੂ ਮੀਟ ਦ ਸਡਨ ਡਿਮਾਂਡ ਆਫ ਦ ਡਿਪੋਜ਼ਿਟਰਸ ਦੀ ਕੋਈ ਸਡਨ ਡਿਮਾਂਡ ਆ ਜਾਵੇ, ਬੈਂਕ ਰਨ ਦੀ ਸਿਚੁਏਸ਼ਨ ਆ ਜਾਵੇ, ਸੋ ਉੱਥੇ ਜੋ ਹੈ ਬੈਂਕ ਆਪਣਾ SLR ਯੂਜ਼ ਕਰ ਸਕਦਾ ਹੈ। ਹੁਣ ਇਹਦਾ ਵੀ ਰਿਲੇਸ਼ਨ ਦੇਖੋ SLR ਔਰ ਤੁਹਾਡਾ SLR ਜਿਹੜਾ ਹੈ ਔਰ ਲੋਨ ਕੈਪੈਸਿਟੀ, ਇਹਨਾਂ ਦੋਵਾਂ ਦਾ ਰਿਲੇਸ਼ਨਸ਼ਿਪ ਜਿਹੜਾ ਹੈਗਾ ਇਹ ਵੀ ਇਨਵਰਸ ਰਿਲੇਸ਼ਨਸ਼ਿਪ ਹੈ ਜਿਵੇਂ CRR ਦਾ ਸੀਗਾ। ਹੁਣ SLR ਵੀ ਤਾਂ ਇੱਕ ਅਮਾਊਂਟ ਰੱਖਣੀ ਪੈਂਦੀ ਹੈ। ਅੱਛਾ ਹਾਂ ਹੁਣ ਇੱਕ ਦਿਮਾਗ 'ਚ ਇਹ ਆਇਆ ਹੋਊਗਾ ਕਿ SLR ਹੁਣ ਕਿੰਨਾ ਹੈ। ਆਈ ਥਿੰਕ ਮੈਂ ਅੱਗੇ ਲਿਖਿਆ ਹੋਇਆ ਕਿ ਹੁਣ SLR ਕਿੰਨਾ ਹੈ, ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਇੱਥੇ ਲਿਖਿਆ ਹੋਇਆ ਸੀ ਹੁਣ ਹੈ 6.25%, ਨਹੀਂ ਸੋਰੀ ਇਹ ਹੈਗਾ ਤੁਹਾਡਾ ਇੱਥੇ ਲਿਖਿਆ ਹੋਇਆ ਇਹ 18.00 ਇਹ ਚੀਜ਼ ਹੈ, ਠੀਕ ਹੈ। ਇਹ 14 ਜਨਵਰੀ ਅੱਜ 2024 ਤੋਂ ਇਹ ਸਾਰੇ ਵੀ ਜਿਹੜੇ ਵੀ ਇਹ ਨੰਬਰਸ ਹੈ ਸਾਰੇ ਰੀਸੈਂਟ ਦੇ ਹੈ, ਬਾਕੀ ਟਾਈਮ ਟੂ ਟਾਈਮ ਚੇਂਜ ਵੀ ਹੋ ਸਕਦੇ ਨੇ। ਹੁਣ 18% ਹੈ, ਠੀਕ ਹੈ, ਅਤੇ ਯਾਦ ਰੱਖਿਓ ਇਹ ਚੀਜ਼। ਤਾਂ SLR ਅਗਰ ਰਿਡਿਊਸ ਹੋ ਗਿਆ ਤਾਂ SLR ਅਗਰ ਇੰਕਰੀਜ਼ ਹੋ ਗਿਆ, SLR ਜ਼ਿਆਦਾ ਰੱਖਣਾ ਹੈ ਅਤੇ ਲੈਂਡਿੰਗ ਕੈਪੈਸਿਟੀ ਕੀ ਹੋ ਜੂਗੀ ਬੈਂਕ ਦੀ ਉਹ ਰਿਡਿਊਸ ਹੋ ਜੂਗੀ। ਔਰ ਅਗਰ SLR ਘੱਟ ਰੱਖਣਾ ਪੈ ਰਿਹਾ ਤਾਂ ਲੈਂਡਿੰਗ ਕੈਪੈਸਿਟੀ ਜੋ ਹੈ ਉਹ ਬੈਂਕ ਦੀ ਕਿਆ ਹੋ ਜੂਗੀ, ਜ਼ਿਆਦਾ ਹੋ ਜਾਊਗੀ, ਠੀਕ ਹੈ। ਸੋ ਇਹ ਤੁਹਾਡਾ ਸੀਗਾ SLR। ਔਰ ਇੱਥੇ ਮੈਂ ਬਣਾਇਆ ਹੋਇਆ ਇਹ ਕਿ ਕੰਪਨੀਜ਼ ਔਰ ਪਬਲਿਕ ਜੋ ਹੈ ਉਹ ਡਿਪੋਜ਼ਿਟ ਕਰਦੇ ਹੈ ਬੈਂਕ ਦੇ ਵਿੱਚ, ਠੀਕ ਹੈ। ਔਰ SLR ਕੀ ਹੋ ਗਿਆ ਕਿ 18% NDTL ਦਾ, ਠੀਕ ਹੈ, ਉਹ ਹੁੰਦਾ ਹੈ, ਠੀਕ ਹੈ। ਅਤੇ ਇਹ ਬਸ ਇੰਨਾ ਹੀ ਸੀ। ਉਸ ਤੋਂ ਬਾਅਦ ਰੈਪੋ ਰੇਟ ਆ ਗਿਆ। ਲੇਕਿਨ ਅਸੀਂ ਜੋ ਹੈ ਅਸੀਂ ਸਿਰਫ SLR ਬਾਰੇ ਹੀ ਪੜ੍ਹਾਂਗੇ, ਅਸੀਂ ਜੋ ਹੈ ਅੱਜ ਇੰਨਾ ਹੀ ਪੜ੍ਹਾਂਗੇ। ਉਸ ਤੋਂ ਬਾਅਦ ਜੋ ਸਾਡੀ ਨੈਕਸਟ ਵੀਡੀਓ ਹੈ ਦੈਟ ਵਿਲ ਬੀ ਔਨ ਰੈਪੋ ਰੇਟ, then reverse repo rate, then standing deposit facility, then marginal standing facility, open market operations, then qualitative tools ਹੋ ਗਏ, monetary policy committee ਹੋ ਗਈ। ਅਗਲਾ ਲੈਕਚਰ ਵੀ ਸਾਡਾ ਲੈਂਦੀ ਜਾਊਗਾ ਬਟ ਡੋਂਟ ਵਰੀ ਆਈ ਟਰਾਈ ਕਿ ਮੈਂ ਉਸਨੂੰ ਜਲਦੀ ਤੋਂ ਜਲਦੀ ਕਵਰ ਅਪ ਕਰਵਾ ਦਾਂ। ਅਤੇ ਅਗਰ ਤੁਹਾਨੂੰ ਕੋਈ ਵੀ ਡਾਊਟ ਹੁੰਦਾ ਹੈ ਦੈਨ ਯੂ ਕੈਨ ਕੌਮੈਂਟ ਇਨ ਦਾ ਕੌਮੈਂਟ ਸੈਕਸ਼ਨ ਬਿਲੋ। ਔਰ ਉਸ ਤੋਂ ਇਲਾਵਾ ਲਾਈਕ ਅਗਰ ਤੁਹਾਨੂੰ ਕੋਈ ਵੀ ਅਗਰ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਮੈਂ ਪ੍ਰੈਫਰ ਕਰਾਂਗੀ ਤੁਸੀਂ ਵੀਡੀਓ ਨੂੰ ਇੱਕ ਵਾਰ ਦੁਬਾਰਾ ਤੋਂ ਜ਼ਰੂਰ ਵੇਖੋ। ਅਗਰ ਫਿਰ ਵੀ ਨਹੀਂ ਆਉਂਦੀ ਦੈਨ ਤੁਸੀਂ ਕੌਮੈਂਟ ਸੈਕਸ਼ਨ 'ਚ ਮੈਨੂੰ ਪੁੱਛ ਸਕਦੇ ਹੋ, ਠੀਕ ਹੈ। ਸੋ ਦੈਟਸ ਆਲ ਫॉर ਟੁਡੇ ਗਾਈਜ਼, ਥੈਂਕ ਯੂ ਸੋ ਮਚ ਐਂਡ ਇਫ ਯੂ ਲਾਈਕ ਦਾ ਵੀਡੀਓ ਡੂ ਸਬਸਕ੍ਰਾਈਬ ਟੂ ਮਾਈ ਚੈਨਲ। ਅਤੇ ਮਿਲਦੇ ਹਾਂ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ।